ਮਾਈਂਡ ਐਂਡ ਬੋਡੀ ਪ੍ਰੋਗਰਾਮ ਸੁਣ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਤੋਂ ਆਪਾਂ ਮੈਡੀਕਲ ਪੁਆਇੰਟ ਆਫ ਵਿਊ ਨਾਲ ਤੁਹਾਡੇ ਲਾਈਵ ਸਵਾਲਾਂ ਦੇ ਜਵਾਬ ਦਿਆ ਕਰਾਂਗੇ। ਤੇ ਮੇਰੇ ਨਾਲ ਲਾਈਨ ਤੇ ਨੇ ਡਾਕਟਰ ਅੰਕੁਸ਼ ਗੋਇਲ। ਡਾਕਟਰ ਅੰਕੁਸ਼ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਤੇ ਹੋਰ ਵੀ ਡਾਕਟਰ ਨੇ ਉੱਥੇ ਹੈੱਡ ਨੇ, ਉਹ ਮੇਰੇ ਨਾਲ ਲਾਈਨ ਤੇ ਆ ਚੁੱਕੇ ਨੇ। ਸੋ 15-20 ਮਿੰਟ ਲਈ ਹੁਣ ਆਪਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਤੁਸੀਂ ਕੋਈ ਵੀ ਸਵਾਲ 4166201778 ਤੇ ਉਹਨਾਂ ਨੂੰ ਸਵਾਲ ਕਰ ਸਕਦੇ ਹੋ, ਉਹ ਤੁਹਾਨੂੰ ਜਵਾਬ ਦੇਣਗੇ। ਸੋ ਬਿਫੋਰ ਆਈ ਸਟਾਰਟ ਦਾ ਟੂ ਟੇਕ ਦਾ ਲਾਈਵ ਕਾਲਸ, let me welcome Dr. Ankush. Dr. Ankush, welcome to the show. ਥੈਂਕ ਯੂ ਵੈਰੀ ਮਚ। ਲੰਬੇ ਸਮੇਂ ਤੋਂ ਬਾਅਦ ਤੁਸੀਂ ਪ੍ਰੋਗਰਾਮ 'ਚ ਆਏ ਹੋ, ਕਿਉਂਕਿ ਮੈਨੂੰ ਮੇਰੇ ਦਰਸ਼ਕ, ਮੇਰੇ ਸਰੋਤੇ ਇਹ ਅਕਸਰ ਕੁਐਸਚਨ ਕਰਦੇ ਸੀ ਵੀ ਡਾਕਟਰ ਅੰਕੁਸ਼ ਕਦੋਂ ਸਵਾਲਾਂ ਦੇ ਜਵਾਬ ਦੇਣਗੇ। ਸੋ ਫਾਈਨਲੀ ਤੁਸੀਂ ਐਗਰੀ ਕੀਤਾ। ਸੋ ਜਿੰਨਾ ਚਿਰ ਸਾਡੀ ਕੋਈ ਵੀ ਕਾਲ ਹੁਣ ਤੁਸੀਂ ਕਰ ਸਕਦੇ ਹੋ, ਡਾਕਟਰ ਅੰਕੁਸ਼ ਲਾਈਨ ਦੇ ਉੱਤੇ ਨੇ। ਸੋ ਉਹਨਾਂ ਚਿਰ ਤੁਸੀਂ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ ਕਿ ਕੋਵਿਡ ਹੁਣ ਹੁਣੀ ਹਟਿਆ। ਗਵਰਨਮੈਂਟ ਵੀ ਕਹਿੰਦੀ ਹੈ ਵੀ ਹੁਣ ਸੀਰੀਅਸ ਨਹੀਂ, ਪਰ ਫਿਰ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਫਿਰ ਇਹ ਪ੍ਰੋਬਲਮ ਆ ਰਹੀ ਹੈ। ਉਹਨਾਂ ਨੂੰ ਕਈਆਂ ਨੂੰ ਖਾਂਸੀ ਦੀ ਸ਼ਿਕਾਇਤ ਹੈ। ਹੁਣ ਮੈਨੂੰ ਖੁਦ ਵੀ ਠੰਡ ਲੱਗ ਰਹੀ ਸੀ, ਬਹੁਤ ਜ਼ਿਆਦਾ ਲੱਤਾਂ ਪੈਰ ਟੁੱਟ ਰਹੇ ਸੀਗੇ। ਸੋ ਇਹ ਦੱਸੋ ਵੀ ਇਹ ਫੇਰ ਮੁੜ ਕੇ ਕਿਉਂ ਆ ਰਹੇ ਆ ਤੇ ਕੀ ਇਹ ਲਾਈਫ ਥ੍ਰੈਟਨਿੰਗ ਤਾਂ ਨਹੀਂ ਹੈ ਜਿਸ ਤਰ੍ਹਾਂ ਕਿ ਪਹਿਲਾਂ ਸੀਗਾ? आई थिंक आजकल हॉट टॉपिक है। लोग की कह रहे हैं भी मैं तो सुनिया सी घट गया, हूँ फिर मैं सुनिया बढ़ रहा। कई लोगों को डर भी बहुत है, फिक्र है, कई दुख नहीं ख्याल रखते। सो आई थिंक अपन बैलेंस रखना चाहिए मेरे हिसाब से ना। एक तो ज्यादा भी नहीं डरना चाहिए। डर का मतलब लाइक अपन स्ट्रेस नहीं होना चाहिए। जे किसी को कोविड हो भी गया, जे अपन होया, वी डोंट नीड टू बी एक्स्ट्रा वरीड जिहदे नाल अपन नींद नहीं आती रात को। जे आप सोचते शेट जे मेरी हुण डेथ होगी, मेरी फैमिली नूं की होगा, बट एट द सेम टाइम अपन नूं केयरलेस भी नहीं होना चाहिए। सो ਉਹਦਾ ਕੀ ਮਤਲਬ ਆ, ਬੇਸਿਕਲੀ ਹੁਣ ਕੇਸਿਸ ਥੋੜ੍ਹੇ ਜਿਹੇ ਵੱਧ ਰਹੇ ਆ ਬਿਕਾਜ਼ ਇੱਕ ਤਾਂ ਜਿਨ੍ਹਾਂ ਨੇ ਵੈਕਸੀਨ ਲਵਾਇਆ, ਵੈਕਸੀਨ ਦਾ ਅਸਰ ਥੋੜ੍ਹਾ ਜਿਹਾ ਘੱਟ ਰਿਹਾ। ਡਿਫਰੈਂਟ ਸਟ੍ਰੇਨਸ ਵੀ ਹੈਗੇ ਆ ਜਿਹੜੇ ਸਮਟਾਈਮਸ ਵੈਕਸੀਨ ਨੂੰ ਨਹੀਂ ਪ੍ਰੋਟੈਕਟ ਕਰਦੇ। ਤੇ ਪਲੱਸ ਆਪਾਂ ਨੂੰ ਪਤਾ ਹੀ ਆ ਜਿਹੜੀ ਵੈਕਸੀਨ ਆ, ਇਟ ਡਜ਼ਨਟ ਮੀਨ ਜੇ ਆਪਾਂ ਨੂੰ ਵੈਕਸੀਨ 1 ਲੱਗੀ ਆ ਜਾਂ 2 ਲੱਗੀ ਆ ਜਾਂ 3 ਔਰ ਈਵਨ 4 ਲੱਗੀਆਂ ਵੀ ਆਪਾਂ ਨੂੰ ਹੋ ਨਹੀਂ ਸਕਦਾ। ਇੱਦਾਂ ਹੈਗਾ ਵੀ ਹੋ ਸਕਦਾ ਆਪਣੇ ਚਾਂਸਿਸ ਹੋਣ ਦੇ ਘੱਟ ਜਾਣ, ਜਾਂ ਹੋ ਸਕਦਾ ਜੇ ਆਪਾਂ ਨੂੰ ਫਿਰ ਵੀ ਹੋ ਗਿਆ ਵੀ ਇੰਨਾ ਸੀਰੀਅਸ ਨਹੀਂ ਹੋਊਗਾ। ਸੋ ਹੁਣ ਜਿਹੜਾ ਲੋਕਾਂ ਨੂੰ ਹੋ ਰਿਹਾ, ਕਾਫੀ ਲੋਕਾਂ ਨੂੰ ਹੋ ਰਿਹਾ, ਇਟਸ ਲਾਈਕ ਕਾਈਂਡ ਆਫ ਲਾਈਕ ਫਲੂ ਟਾਈਪ ਹੈ ਨਾ। ਮਤਲਬ ਲੋਕਾਂ ਨੂੰ ਬੁਖਾਰ, ਕੰਬਾ, ਬਾਡੀ ਦੁਖਦੀ ਆ, ਡਿਫਰੈਂਟ ਸਿੰਪਟਮਸ ਹੈਗੇ, ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਆ। ਬਟ ਕੇਸਿਸ ਤਾਂ ਵੱਧ ਰਿਹਾ। ਇੱਕ ਤਾਂ ਲੋਕੀ ਅਫਕੋਰਸ ਅੱਜ ਕੱਲ੍ਹ ਮਿਲ ਰਹੇ ਵੀ ਬਹੁਤ ਆ, ਤੇ ਕਈ ਲੋਕੀ ਪਰਵਾਹ ਨਹੀਂ ਕਰੇ, ਉਹਨਾਂ ਨੂੰ ਹੈ ਬੁਖਾਰ ਆ, ਉਹਨਾਂ ਨੂੰ ਪਤਾ ਵੀ ਆ ਵੀ ਮੈਨੂੰ ਬੁਖਾਰ ਹੈਗਾ, ਬਟ ਇੱਕ ਤਾਂ ਉਹ ਚੈੱਕ ਨਹੀਂ ਕਰਦੇ। ਜੇ ਉਹ ਚੈੱਕ ਕਰਦੇ ਆ ਪਹਿਲਾਂ ਕਈ ਵਾਰੀ ਨੈਗੇਟਿਵ ਵੀ ਆ ਸਕਦਾ, ਉਹਦੇ ਬਾਰੇ ਵੀ ਆਪਾਂ ਗੱਲ ਬਾਤ ਕਰ ਸਕਦੇ ਆ। ਬਟ ਦੈਨ ਜੇ ਤੁਹਾਨੂੰ ਕੋਈ ਵੀ ਸਿੰਪਟਮ ਆ, ਡਜ਼ਨਟ ਮੈਟਰ ਤੁਹਾਨੂੰ ਨੈਗੇਟਿਵ ਵੀ ਟੈਸਟ ਆਇਆ, ਯੂ ਸ਼ੁੱਡ ਸਟਿਲ ਬੀ ਕੇਅਰਫੁਲ ਬਿਕਾਜ਼ ਡਜ਼ਨਟ ਮੈਟਰ ਮੈਂ ਤਾਂ ਮੇਬੀ ਮੈਨੂੰ ਕੋਵਿਡ ਨਹੀਂ ਹੈਗਾ, ਪਰ ਜਿਹੜੀ ਵੀ ਮੈਨੂੰ ਇਨਫੈਕਸ਼ਨ ਹੈਗੀ ਹੈ ਜਿਹਦੇ ਕਰਕੇ ਮੈਨੂੰ ਬੁਖਾਰ, ਕੰਬਾ, ਬਾਡੀ ਦੁਖ ਰਿਹਾ, ਗਲਾ ਦੁਖ ਰਿਹਾ, ਸਿਰ ਦੁਖ ਰਿਹਾ, ਨੱਕ ਚੱਲਦਾ, ਛਿੱਕਾਂ ਆਉਣੀ ਹੈ, ਜਿਹੜੀ ਵੀ ਮੈਨੂੰ ਇਨਫੈਕਸ਼ਨ ਹੈਗੀ ਹੈ ਉਹ ਕੰਟੇਜੀਅਸ ਹੈਗੀ ਹੈ, ਮੈਂ ਦੂਜਿਆਂ ਨੂੰ ਦੇ ਸਕਦਾ। ਸੋ ਯੂ ਨੀਡ ਟੂ ਬੀ ਕੇਅਰਫੁਲ ਵੀ ਦੂਜਿਆਂ ਨੂੰ ਨਾ ਦਿਓ। ਇੱਕ ਤੁਹਾਨੂੰ ਆਪ ਨੂੰ ਵੀ ਥੋੜ੍ਹਾ ਜਿਹਾ ਲਾਈਕ ਕੇਅਰਫੁਲ ਹੋਣਾ ਚਾਹੀਦਾ। ਜੇ ਤੁਸੀਂ ਬਿਮਾਰ ਆ ਤੁਸੀਂ ਪੂਰਾ ਰੈਸਟ ਕਰੋ। ਜੇ ਤੁਹਾਨੂੰ ਲੱਗਦਾ ਕੁਛ ਹੋ ਰਿਹਾ ਤੁਸੀਂ ਡਾਕਟਰ ਨੂੰ ਦਿਖਾਓ, ਬਟ ਐਟ ਦ ਸੇਮ ਟਾਈਮ ਜ਼ਿਆਦਾ ਵੀ ਨਾ ਫਿਕਰ ਕਰੋ ਬਿਕਾਜ਼ ਫਿਕਰ ਲਾਈਕ ਯੂ ਡੋਂਟ ਨੀਡ ਟੂ ਵਰੀ ਦੈਟ ਮਚ ਬਿਕਾਜ਼ ਕੋਵਿਡ ਇਟਸ ਨਾਟ ਜਿੱਦਾਂ ਅੱਗੇ ਪਹਿਲਾਂ ਸੀ ਵੀ ਹਸਪੀਟਲਾਈਜੇਸ਼ਨ ਬਹੁਤ ਹੋ ਰਹੀਆਂ ਸੀ, ਹੁਣ ਨਹੀਂ ਇੱਦਾਂ ਹੈਗਾ। ਹੁਣ ਇਲਨੈਸ ਇੰਨੀ ਵੀ ਨਹੀਂ ਸੀਰੀਅਸ ਹੈਗੀ, ਬਟ ਐਟ ਦ ਸੇਮ ਟਾਈਮ ਆਪਾਂ ਚਾਹੁੰਦੇ ਹਾਂ ਵੀ ਆਪਾਂ ਦੂਜੇ ਨੂੰ ਨਾ ਦੇਈਏ। ਹਾਂ ਠੀਕ ਹੈ ਡਾਕਟਰ ਸਾਹਿਬ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਪ੍ਰੋਗਰਾਮ ਬੜਾ ਪਾਪੂਲਰ ਹੁੰਦਾ। ਤੁਸੀਂ ਹਾਲੇ ਗੱਲ ਸ਼ੁਰੂ ਕੀਤੀ ਸੀ, ਮੇਰੇ ਕੋਲ ਇੱਕ ਲਾਈਨ ਆ ਗਈ ਤੇ ਉਹਨਾਂ ਦਾ ਕਿਉਂਕਿ ਆਪਾਂ ਸਰੋਤਿਆਂ ਦੇ ਸਵਾਲ ਲੈਣੇ ਨੇ। ਸੋ ਲਾਈਨ 1 ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਪਹਿਲਾਂ ਤਾਂ ਵੈਲਕਮ। ਤੁਸੀਂ ਡਾਕਟਰ ਅੰਕੁਸ਼ ਮੇਰੇ ਨਾਲ ਲਾਈਨ ਤੇ ਨੇ, ਤੁਸੀਂ ਕੋਈ ਵੀ ਸਵਾਲ ਉਹਨਾਂ ਨੂੰ ਪੁੱਛ ਸਕਦੇ ਹੋ। ਹਾਂਜੀ ਜ਼ਰੂਰ ਜੀ। ਹਾਂਜੀ ਫਸਟ ਆਫ ਆਲ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਇਹ ਦੁਬਾਰਾ ਸੈਗਮੈਂਟ ਸਟਾਰਟ ਕੀਤਾ ਕਿ ਡਾਕਟਰ ਅੰਕੁਸ਼ ਤੋਂ ਅਸੀਂ ਡਾਇਰੈਕਟ ਪੁੱਛ ਸਕਦੇ ਹਾਂ ਕੋਈ ਵੀ ਕੁਐਸਚਨ ਹੋਵੇ। ਹਾਂਜੀ ਤੇ ਮੇਰਾ ਕੁਐਸਚਨ ਸੀ, ਕੱਲ ਨਿਊਜ਼ 'ਚ ਆ ਰਿਹਾ ਸੀ ਕਿ ਮੰਕੀ ਪੌਕਸ ਦੇ ਕੇਸਿਸ ਵੱਧ ਰਹੇ ਨੇ, ਤਾਂ ਉਹਦੇ ਲਈ ਕੀ ਕੁਛ ਪ੍ਰੀਕਾਸ਼ਨਸ ਹੋ ਸਕਦੀਆਂ ਜਾਂ ਕੋਈ ਵੈਕਸੀਨ ਵਗੈਰਾ ਕੋਈ ਅਵੇਲੇਬਲ ਹੈਗੀ ਆ ਤੇ ਕੁਛ ਵੀ ਜੇ ਤੁਸੀਂ ਦੱਸ ਸਕਦੇ ਹੋ। ਹਾਂਜੀ ਡਾਕਟਰ ਸਾਹਿਬ ਮੰਕੀ ਪੌਕਸ ਦੇ ਬਾਰੇ ਪੁੱਛ ਰਹੇ ਨੇ। ਓਕੇ ਯਾ ਮੰਕੀ ਪੌਕਸ ਮਤਲਬ ਵੈਕਸੀਨ ਤਾਂ ਹੁਣ ਬਣ ਗਈ ਹੈ ਨਾ, ਬਟ ਬਿਕਾਜ਼
because like ਇਹ ਜਿਹੜੀ ਡਿਜ਼ੀਜ਼ ਹੈ ਇਹ ਹੈ ਵੀ ਵਾਇਰਸ ਵਾਲੀ ਹੈ, ਬਹੁਤ ਲੋਕਾਂ ਨੂੰ ਇਹਦਾ ਫਿਕਰ ਹੈਗਾ, but it's not that common ਆਪਣੇ population ਹੁਣ ਜਿਹੜੇ like you can say LGBTQ community ਹੈ, ਜਿਹੜੇ like you know homosexual males ਹੈਗੇ ਆ, ਉਹਨਾਂ ਨੂੰ ਜ਼ਿਆਦਾ ਇਹ ਇਨਫੈਕਸ਼ਨ ਹੁੰਦੀ ਹੈ। ਤੇ ਜੇ ਤੁਹਾਨੂੰ ਉਹ ਜਿਹਾ ਰਿਸਕ ਹੈਗਾ then the vaccine is approved for you। ਤੇ ਮੇਰਾ recommendation is the same thing ਜਿਹੜੇ ਸਾਰੇ ਡਾਕਟਰਸ recommend ਕਰਦੇ ਆ। ਜੇ ਇੱਕ ਤਾਂ ਤੁਸੀਂ you know just be careful, ਜੇ ਕੋਈ ਬਿਮਾਰ ਹੈਗਾ ਤੁਸੀਂ ਉਹਨਾਂ ਤੋਂ ਪਰੇ ਰਹੋ, ਜੇ ਤੁਸੀਂ ਬਿਮਾਰ ਆ ਤੁਹਾਨੂੰ ਘਰੇ ਰਹਿਣਾ ਚਾਹੀਦਾ। ਜੇ ਤੁਹਾਨੂੰ ਜੇ ਕੋਈ symptom ਹੈਗੀ ਆ then ਤੁਹਾਨੂੰ you know ਡਾਕਟਰ ਨੂੰ visit ਕਰਨਾ ਚਾਹੀਦਾ। ਪਰ ਜੇ ਤੁਹਾਨੂੰ ਤੁਸੀਂ for example like ਤੁਹਾਨੂੰ ਲੱਗਦਾ ਵੀ symptoms ਤੁਹਾਨੂੰ ਉਹਦੇ ਹੀ ਆ then you should call the doctor's office ਹੈ ਨਾ, ਤੇ ਤੁਹਾਨੂੰ ਦੱਸਣਾ ਚਾਹੀਦਾ because ਜੇ ਉਹ ਜੀ ਇਨਫੈਕਸ਼ਨ ਹੈਗੀ ਆ ਉਹਦੇ ਇਲਾਜ ਤਾਂ ਹਲੇ ਨਹੀਂ ਕੋਈ ਹੈਗਾ, ਉਹ ਆਪਣੇ ਆਪ ਹਟ ਜਾਂਦਾ, but then we want to identify ਹੋਰ ਕਿਸੇ ਨੂੰ ਹੈਗਾ and then later ਜਦੋਂ ਤੁਸੀਂ ਠੀਕ ਹੋ ਗਏ ਆਪਾਂ ਉਹਨੂੰ ਵੈਕਸੀਨ ਵੀ ਦੇ ਸਕਦੇ। ਹਾਂਜੀ ਭੈਣ ਜੀ ਕੋਈ ਹੋਰ ਤਾਂ ਨਹੀਂ ਸਵਾਲ? ਨਹੀਂ ਜੀ ਬਸ ਇਹੀ ਪੁੱਛਣਾ। ਥੈਂਕ ਯੂ ਡਾਕਟਰ, ਥੈਂਕ ਯੂ। ਲਾਈਨ ਕੋਈ ਨਹੀਂ ਡੈਡ ਹੋਗੀ। ਮੈਂ ਆਪਣੇ ਸਰੋਤਿਆਂ ਨੂੰ ਰਿਕੁਐਸਟ ਕਰਦਾ ਕਿ ਥੋੜ੍ਹਾ ਚਿਰ ਜੇ ਵੇਟ ਕਰਨੀ ਪੈਂਦੀ ਹੈ, ਤੁਸੀਂ ਕਲੀਨਿਕ ਦੇ ਉੱਤੇ ਵੀ ਆਪਾਂ ਨੂੰ 2-3 ਘੰਟੇ ਵੇਟ ਕਰਨੀ ਪੈਂਦੀ ਹੈ। ਜੇ ਤੁਸੀਂ ਸਵਾਲ ਹੁੰਦਾ ਸਿਰਫ ਤੁਹਾਡਾ ਹੀ ਨਹੀਂ ਫਾਇਦਾ ਹੁੰਦਾ, ਇਹਦੇ ਨਾਲ ਹੋਰਾਂ ਦਾ ਵੀ ਫਾਇਦਾ ਹੁੰਦਾ, ਕਿਉਂਕਿ ਸੇਵਾ ਇਹ ਹੈ ਵੀ ਜੋ ਤੁਸੀਂ ਸਵਾਲ ਪੁੱਛਦੇ ਹੋ, ਜਿਵੇਂ ਹੁਣ ਭੈਣ ਜੀ ਨੇ ਪੁੱਛਿਆ ਕਿ ਮੰਕੀ ਪੌਕਸ ਦੇ ਬਾਰੇ ਵੀ, ਇਹਦੇ ਨਾਲ ਕਈਆਂ ਨੂੰ ਇੱਕ ਹੋਰ ਵੀ ਡਾਊਟ ਹੋਣਗੇ, ਹੋਰ ਵੀ ਕਈਆਂ ਦੇ ਸ਼ਿਕਵੇ ਹੁੰਦੇ ਨੇ। ਹੁਣ ਇਹਨਾਂ ਨੇ ਜੋ ਜਵਾਬ ਦਿੱਤਾ ਉਹਦੇ ਨਾਲ ਸਾਨੂੰ ਥੋੜ੍ਹੀ ਗੱਲ ਹੋਰ ਮੋਰ ਕਲੀਅਰ ਹੋ ਜਾਂਦੀ ਹੈ। ਸੋ ਜਦੋਂ ਵੀ ਤੁਸੀਂ ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਪਲੀਜ਼ ਤੁਸੀਂ ਕਾਲ ਕਰ ਲਿਆ ਕਰੋ, ਥੋੜ੍ਹਾ ਚਿਰ ਵੇਟ ਕਰ ਲਿਆ ਕਰੋ। ਮੇਰੇ ਖਿਆਲ ਲਾਈਨ ਹੋਰ ਆਈ ਹੈ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਡਾਕਟਰ ਅੰਕੁਸ਼ ਨੂੰ ਅਸੀਂ ਫੇਰ ਪ੍ਰੋਗਰਾਮ 'ਤੇ ਲੈ ਕੇ ਆਏ ਹਾਂ ਤੇ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ, ਇਹ ਤਾਂ ਤਿਆਰ ਨੇ ਜਿਹੜਾ ਮਰਜ਼ੀ ਸਵਾਲ। ਇਹ ਨਹੀਂ ਹੈ ਵੀ ਆਪਾਂ ਕਿਹੜਾ ਸਵਾਲ ਪੁੱਛਣਾ, ਜੋ ਤੁਹਾਡੇ ਦਿਲ 'ਚ ਆਉਂਦਾ ਮੈਡੀਕਲ ਨਾਲ ਰਿਲੇਟਡ ਸਵਾਲ ਹੋਵੇ ਪਲੀਜ਼ ਪੁੱਛੋ। ਹਾਂਜੀ ਮੇਰਾ ਕੁਐਸਚਨ ਇਹ ਹੈ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸੋਰ ਥਰੋਟ, ਈਅਰ ਇਨਫੈਕਸ਼ਨ ਵਗੈਰਾ, ਹਾਈ ਫੀਵਰਸ ਹੁੰਦੇ ਨੇ ਨਾ। ਸੋ ਐਟ ਵਾਟ ਪੁਆਇੰਟ ਯੂ ਥਿੰਕ ਕਿ ਆਪਾਂ ਨੂੰ ਬੱਚਿਆਂ ਨੂੰ ਹੌਸਪੀਟਲ ਲੈ ਕੇ ਜਾਣਾ ਚਾਹੀਦਾ ਹੈ ਕਿ ਹਾਂਜੀ ਇੰਨਾ ਫੀਵਰ ਹੋ ਗਿਆ, ਇਸ ਲੈਵਲ ਤੇ ਹੋ ਗਿਆ, ਸੋ ਦੈਟ ਵੀ ਕੈਨ ਅਵੋਇਡ ਫਰਦਰ ਕੋਈ ਕੰਪਲੀਕੇਸ਼ਨ? ਹਾਂਜੀ ਡਾਕਟਰ ਸਾਹਿਬ। Yeah, this is a ਬਹੁਤ ਵਧੀਆ question ਹੈ because like I think this is probably like the most important question ਜਿਨ੍ਹਾਂ ਕੋਲ especially young ਬੱਚੇ ਹੈਗੇ ਆ, ਉਹ ਤੁਹਾਨੂੰ ਦੱਸ ਨਹੀਂ ਸਕਦੇ ਹੈ ਨਾ ਵੀ ਮੇਰਾ ਗਲਾ ਦੁਖ ਰਿਹਾ, ਮੇਰਾ ਕੰਨ ਦੁਖ ਰਿਹਾ। ਸੋ ਪਹਿਲੀ ਗੱਲ ਤਾਂ ਫੀਵਰ ਕੀ ਆ? ਫੀਵਰ ਦਾ ਮਤਲਬ ਆਫ ਕੋਰਸ ਟੈਂਪਰੇਚਰ। ਆਪਾਂ ਟੈਂਪਰੇਚਰ ਚੈੱਕ ਕਰਨਾ ਕੰਨ ਦੇ ਵਿੱਚ, ਐਕਸਿਲਰੀ ਮਤਲਬ ਲਾਈਕ ਇਨ ਦਾ ਆਰਮਪਿਟ, ਕੱਚ ਦੇ ਵਿੱਚ, ਜਾਂ ਹੋਰ ਕੋਰਸ ਸਪਾਈਨ ਡਾਇਰੈਕਟਰ ਹੈਗਾ ਹੈ ਨਾ। ਸੋ ਪਹਿਲਾਂ ਤਾਂ ਜੇ ਥਰਮੋਮੀਟਰ ਤੁਹਾਡੇ ਕੋਲ ਨਹੀਂ ਹੈ, ਬੱਚਾ ਗਰਮ ਲੱਗਦਾ, then of course ਤੁਸੀਂ ਟੈਂਪਰੇਚਰ ਚੈੱਕ ਕਰੋ। ਟੈਂਪਰੇਚਰ ਨੋਰਮਲੀ ਆਪਣਾ ਹੁੰਦਾ ਲਾਈਕ ਲੈਸ ਦੈਨ 37, ਯੂਜਲੀ 36.8 ਇੱਦਾਂ। of course fluctuate ਵੀ ਕਰ ਸਕਦਾ। ਸੋ ਜੇ ਟੈਂਪਰੇਚਰ ਬੱਚੇ ਦਾ ਹੈਗਾ ਜਾਂ ਕਿਸੇ ਦਾ ਵੀ 38 ਡਿਗਰੀ ਸੈਲਸੀਅਸ equally 100.4, 38 ਡਿਗਰੀ ਸੈਲਸੀਅਸ or 100.4 ਫਾਰਨਹਾਈਟ, ਉਹਦਾ ਮਤਲਬ ਫੀਵਰ ਹੈਗਾ। ਹੁਣ ਪਹਿਲੀ ਗੱਲ ਤਾਂ ਫੀਵਰ ਲਾਈਕ ਕਈ ਲੋਕੀ ਕਹਿੰਦੇ ਆ, ਕਈ ਲੋਕੀ ਸਾਨੂੰ ਆ ਕੇ ਅਫਕੋਰਸ ਬਹੁਤ ਲੋਕੀ ਦੱਸਦੇ ਆ ਵੀ ਮੇਰੇ ਬੱਚੇ ਦਾ 101 ਸੀ, 102 ਸੀ, ਫਿਰ 103 ਹੋ ਗਿਆ, ਫਿਰ ਜਾ ਕੇ 104 ਚਲ ਗਿਆ, ਫਿਰ 101। ਸੋ ਲਾਈਕ I understand ਲੋਕੀ ਕਿਉਂ ਦੱਸ ਰਹੇ because ਉਹਨਾਂ ਨੂੰ ਡਰ ਆ ਵੀ 104 ਮੈਂ ਸੁਣਿਆ ਬਹੁਤ ਡੇਂਜਰਸ ਆ। ਬਟ ਫੀਵਰ ਰਿਮੈਂਬਰ ਜਿਹੜਾ ਫੀਵਰ ਆ ਬੁਖਾਰ ਬਾਡੀ ਕਿਉਂ ਬਣਾਉਂਦਾ? ਬਾਡੀ ਫੀਵਰ ਤਾਂ ਬਣਾਉਂਦਾ ਵੀ ਇਮਿਊਨ ਸਿਸਟਮ ਜਾਣ ਕੇ ਬਣਾਉਂਦਾ ਵੀ ਗਰਮ ਹੋ ਕੇ ਵਾਇਰਸ ਜਾਂ ਬੈਕਟੀਰੀਆ ਜੋ ਵੀ ਹੈਗਾ ਉਹ ਕਿਲ ਹੋ ਜਾਵੇ। ਸੋ ਇਟਸ ਲਾਈਕ ਅ ਡਿਫੈਂਸ ਮੈਕੈਨਿਜ਼ਮ ਹੈ। ਤਾਂ ਵਧੀਆ ਚੀਜ਼ ਹੈ ਫੀਵਰ, ਪਰ ਤੁਹਾਨੂੰ ਪਤਾ ਹੀ ਹੈ, ਤੁਹਾਨੂੰ ਵੀ ਅੱਗੇ ਫੀਵਰ ਹੋਇਆ ਹੋਊਗਾ, ਉਹਦੇ ਨਾਲ ਕੰਬਾ ਲੱਗਦਾ, ਸਿਰ ਗਰਮ ਹੁੰਦਾ, ਬਾਡੀ ਦੁਖਣ ਲੱਗ ਜਾਂਦੀ ਹੈ, ਕਿ ਵੀ ਸਿਰ ਦੁਖਦੇ। ਅਸੀਂ ਫੀਵਰ ਤਾਂ ਟਰੀਟ ਕਰਦੇ ਆ, ਬਟ ਫੀਵਰ ਡੇਂਜਰਸ ਨਹੀਂ। ਐਂਡ ਈਵਨ ਜਿਹੜਾ ਨੰਬਰ ਆ ਫੀਵਰ ਦਾ 38, 39, 40, 41, 42, ਇਹ ਵੀ ਨਹੀਂ ਡੇਂਜਰਸ ਹੈਗਾ। ਸੋ based on just the fever number, you don't have to go to the hospital. ਤੁਹਾਨੂੰ hospital ਨਹੀਂ ਜਾਣ ਦੀ ਲੋੜ, just depending, doesn't matter ਕੀ ਆ number, ਹੈ ਨਾ। ਸੋ ਆਪਾਂ ਨੂੰ ਫਿਰ ਫੀਵਰ ਟਰੀਟ ਕਰਨਾ। ਜੇ ਤਾਂ ਤੁਹਾਨੂੰ ਫੀਵਰ ਹੈਗਾ ਪਰ ਤੁਹਾਨੂੰ ਹੈਗਾ ਜਾਂ ਬੱਚੇ ਨੂੰ ਹੈਗਾ ਪਰ ਉਹ ਬਿਲਕੁਲ ਠੀਕ ਲੱਗਦੇ ਆ, ਠੀਕ ਦਾ ਮਤਲਬ ਖੇਡਦੇ ਆ, ਹੱਸ ਰਹੇ ਆ, ਖਾ ਰਹੇ ਪੀ ਰਹੇ ਆ, ਜਿਹੜੇ ਬਹੁਤ ਛੋਟੇ ਬੇਬੀ ਆ ਉਹ ਲਾਈਕ ਢਿੱਲੇ ਨਹੀਂ ਲੱਗ ਰਹੇ, ਲਾਈਕ ਐਕਟਿਵ ਆ, ਰੋ ਰਹੇ ਆ, ਦਿਸ ਇਜ਼ ਗੁੱਡ ਸਾਈਨ। ਜਿਹੜੇ ਯੰਗਰ ਬੇਬੀ ਆ, ਇੱਕ ਤਾਂ ਆਪਾਂ ਨੂੰ ਦੇਖਣਾ ਵੀ ਉਹ ਜ਼ਿਆਦਾ ਲਤਾਰਜਿਕ ਤਾਂ ਨਹੀਂ ਹੈਗੇ। ਲਤਾਰਜਿਕ ਦਾ ਮਤਲਬ ਢਿੱਲੇ ਤਾਂ ਨਹੀਂ ਪਏ, ਲਾਈਕ ਅੱਗੇ ਤਾਂ ਹਾਂ ਬਹੁਤ ਖੁਸ਼ ਹੋ ਕੇ ਖਾਂਦੇ ਸੀ, ਪੀਂਦੇ ਸੀ, ਰੋਂਦੇ ਸੀ, ਜਦੋਂ ਆਪਾਂ ਛੇੜਦੇ ਸੀ ਰੋਂਦੇ ਸੀ ਜਾਂ ਹੱਸਦੇ ਸੀ। ਹੁਣ ਤਾਂ ਉੱਦਾਂ ਹੀ ਪਏ ਆ, ਚਲ ਠੀਕ ਆ ਸੋ ਗਏ, 1-2 ਘੰਟੇ ਆਪਾਂ ਦੇਖਿਆ ਜਦੋਂ ਆਪਾਂ ਉਠਾਇਆ ਉੱਠਦੇ ਨਹੀਂ। ਜੇ ਬੇਬੀ ਇਜ਼ ਲਤਾਰਜਿਕ, ਲਾਈਕ ਉੱਠ ਰਹੇ ਨਹੀਂ ਆਪਾਂ, ਹੈ ਨਾ, ਵੇਟ ਵੀ ਕੀਤਾ ਤਾਂ ਵੀ ਬਹੁਤ ਟਾਇਰਡ ਜੇ ਲੱਗ ਰਿਹਾ, then you should go to the hospital.
नहीं ਤਾਂ doesn't matter ਉਹਨਾਂ ਦਾ fever 42 ਵੀ ਆ 43 ਵੀ ਆ 44 ਵੀ ਆ doesn't matter ਜੇ ਉਹ ਉਦਾਂ ਠੀਕ ਲੱਗਦੇ ਆ then ਤੁਸੀਂ ਉਹਨਾਂ ਨੂੰ Tylenol ਜਾਂ Advil ਦੇ ਸਕਦੇ ਆ ਜਾਂ ਦੋਨੇ ਵੀ ਦੇ ਸਕਦੇ ਆ ਜਾਂ alternate ਵੀ ਦੇ ਸਕਦੇ ਆ ਜਾਂ ਇਕੱਠੇ ਵੀ ਦੇ ਸਕਦੇ ਆ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰ ਸਕਦੇ ਆ ਤੁਹਾਡਾ ਕੁਐਸਚਨ ਸੀ ਵੀ ਅਸੀਂ ਹਸਪੀਟਲ ਕਿਦੋਂ ਜਾਈਏ but for young babies it's like ਜੇ ਬਹੁਤ ਢਿੱਲੇ ਲੱਗਦੇ ਆ older babies ਲਈ honestly still ਨਹੀਂ ਹਸਪੀਟਲ ਜਾਣ ਦੀ ਲੋੜ because mostly ਤੁਸੀਂ clinics ਤੇ ਜਾ ਸਕਦੇ ਆ ਉੱਥੇ ਕਿਉਂ clinic ਤੇ ਕਿਉਂ ਜਾਣਾ because ਜੇ ਉਹਨਾਂ ਨੂੰ fever ਹੈਗਾ ਆਪਾਂ ਦੇਖਣਾ ਵੀ ਕਿੱਥੋਂ ਆ ਰਿਹਾ fever you know like ਜੇ ਤਾਂ ਜ਼ੁਕਾਮ ਤੇ ਖਾਂਸੀ ਆ mostly viral infection ਹੁੰਦੇ ਆ but ਕਈ ਵਾਰੀ ਬੱਚਾ ਦੱਸ ਨਹੀਂ ਸਕਦਾ ਤੁਹਾਨੂੰ ਵੀ ਮੇਰਾ ਕੰਨ ਦੁਖ ਰਿਹਾ ਕਈ ਵਾਰੀ ਕੰਨ ਦੇ ਵਿੱਚ ਇਨਫੈਕਸ਼ਨ ਹੁੰਦੇ ਆ ਉਹ ਆਪਾਂ ਘਰੇ ਦੇਖ ਨਹੀਂ ਸਕਦੇ ਕਈ ਵਾਰੀ ਸਟ੍ਰੈਪ ਥਰੋਟ ਹੁੰਦਾ ਗਲੇ 'ਚ ਇਨਫੈਕਸ਼ਨ ਉਹ ਵੀ ਨਹੀਂ ਆਪਾਂ ਦੇਖ ਸਕਦੇ ਕਈ ਵਾਰੀ ਲੰਗਸ ਦੇ ਵਿੱਚ ਹੁੰਦੀ ਆ ਉਹ ਨਹੀਂ ਆਪਾਂ ਸੁਣ ਸਕਦੇ ਬਿਕਾਜ਼ ਇਹ these 3 infections ਕੰਨ ਗਲਾ ਛਾਤੀ ਨਮੋਨੀਆ ਤੇ ਪਲੱਸ ਸਾਈਨਸ ਇਨਫੈਕਸ਼ਨ ਇਹ 4 ਇਨਫੈਕਸ਼ਨਸ ਹੈਗੀਆਂ ਜਿਹਦੇ ਵਾਸਤੇ ਐਂਟੀਬਾਇਓਟਿਕ ਕੰਮ ਕਰਦੀਆਂ ਜਿਹੜੇ ਬਾਕੀ ਇਨਫੈਕਸ਼ਨ ਹੈਗੀ ਆ ਲਾਈਕ ਅਪਰ ਰੈਸਪੀਰੇਟਰੀ ਮੋਸਟਲੀ ਇਹ ਵਾਇਰਲ ਦੇ ਵਿੱਚ ਹੀ ਆਉਂਦੀਆਂ ਲਾਈਕ ਕੋਵਿਡ cold, flu, rhinovirus, hundreds of viruses ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਇਹ ਆਪਣੇ ਆਪ ਹੀ ਠੀਕ ਹੁੰਦੀਆਂ ਸੋ ਇਹ ਘਰੇ ਠੀਕ ਹੁੰਦੀ ਪਰ ਚੈੱਕ ਕਰਾਉਣਾ ਤਾਂ ਜ਼ਰੂਰੀ ਹੈਗਾ ਬਿਕਾਜ਼ ਆਪਾਂ ਚਾਹੁੰਦੇ ਨਹੀਂ ਵੀ ਕੋਈ ਬੈਕਟੀਰੀਅਲ ਇਨਫੈਕਸ਼ਨ ਮਿਸ ਹੋ ਜਾਵੇ ਬਟ ਆਪਾਂ ਚੈੱਕ ਕਰਾਉਣਾ ਇਟਸ ਬੈਟਰ ਟੂ ਚੈੱਕ ਫਰਮ ਦ ਕਲੀਨਿਕ ਓਨਲੀ ਬਿਕਾਜ਼ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਇੱਕ ਤਾਂ ਵੇਟ ਵੀ ਲੰਬੀ ਹੁੰਦੀ ਹੈ ਇੱਕ ਆਪਾਂ ਚਾਹੁੰਦੇ ਹਾਂ ਵੀ ਉੱਥੇ ਜਿਹੜੇ ਐਮਰਜੈਂਸੀ ਪੇਸ਼ੈਂਟਸ ਆ ਉਹ ਜ਼ਿਆਦਾ ਜਾਣ ਪ੍ਰੋਬਲਮ ਇੱਥੇ ਤਾਂ ਆ ਰਹੀਆਂ ਹਸਪੀਟਲਸ ਦੇ ਵਿੱਚ ਐਮਰਜੈਂਸੀ ਰੂਮਸ ਬੰਦ ਹੋ ਰਹੇ ਆ ਬਿਕਾਜ਼ ਲੋਕੀ ਐਵਰੀ ਰੀਜ਼ਨ ਵਾਸਤੇ ਉੱਥੇ ਚੱਲ ਜਾਂਦੇ ਹੁਣ ਉਹਨਾਂ ਨੂੰ ਵੀ ਨਹੀਂ ਵੀ ਕੈਨਟ ਬਲੇਮ ਦੋਜ਼ ਪੇਸ਼ੈਂਟਸ ਉਹਨਾਂ ਨੂੰ ਵੀ ਮਜਬੂਰੀ ਆ ਉਹਨਾਂ ਨੂੰ ਪਤਾ ਨਹੀਂ ਅਸੀਂ ਕਿੱਥੇ ਜਾਈਏ ਕਲੀਨਿਕ ਮੇਬੀ ਸ਼ਾਮ ਨੂੰ ਬੰਦ ਆ ਆਪਾਂ ਕੋਸ਼ਿਸ਼ ਕਰਨੀ ਵੀ ਉਹ ਚੀਜ਼ਾਂ ਆਪਾਂ ਡਾਕਟਰ ਨੂੰ ਦਿਖਾਈਏ ਵਾਕ ਇਨ ਕਲੀਨਿਕ ਫੈਮਿਲੀ ਡਾਕਟਰ ਅਰਜੈਂਟ ਕੇਅਰ ਤੇ ਜਿਹੜੇ ਅਸਲੀ ਐਮਰਜੈਂਸੀਜ਼ ਆ ਤੁਸੀਂ you know go save the emergencies for the emergency room but ਜਿਹੜੇ ਤੁਹਾਡਾ ਕੁਐਸਚਨ ਸੀ ਵੀ ਲਾਈਕ ਬੱਚੇ ਨੂੰ ਫੀਵਰ ਹਸਪੀਟਲ ਕਿਦੋਂ ਜਾਈਏ usually you never need to go unless ਇੱਕ ਤਾਂ ਜੇ ਬੱਚਾ ਬਹੁਤ ਜ਼ਿਆਦਾ ਬਿਮਾਰ ਲੱਗ ਰਿਹਾ ਤੁਹਾਨੂੰ ਬੇਬੀ ਢਿੱਲਾ ਪਿਆ ਉੱਠ ਰਿਹਾ ਨਹੀਂ ਨੰਬਰ 2 ਜੇ ਮਤਲਬ ਲਾਈਕ ਫॉर ਐਗਜ਼ਾਮਪਲ ਵੋਮਟਿੰਗ ਡਾਇਰੀਆ ਹੈਗੀ ਆ ਤੇ ਕੁਛ ਨਹੀਂ ਅੰਦਰ ਜਾ ਰਿਹਾ ਆਪਾਂ ਪਾਣੀ ਵੀ ਦੇ ਰਿਹਾ ਉਹ ਵੀ ਉਲਟੀ ਕਰ ਰਿਹਾ ਹੁਣ ਆਪਾਂ ਨੂੰ ਫਿਕਰ ਹੈ ਵੀ ਡੀਹਾਈਡਰੇਸ਼ਨ ਨਾ ਹੋ ਜਾਵੇ ਜਾਂ ਅਗੇਨ ਜਿਹਨੂੰ ਵੋਮਟਿੰਗ ਡਾਇਰੀਆ ਉਹ ਵੀ ਬਹੁਤ ਡੀਹਾਈਡਰੇਟਡ ਲੱਗ ਰਿਹਾ ਬਹੁਤ ਢਿੱਲੇ ਲੱਗ ਰਿਹਾ then go to the hospital everything else is okay to go to the walk-in clinic doctor family doctor ਹਾਂਜੀ ਭੈਣ ਜੀ ਕੋਈ ਹੋਰ ਤਾਂ ਨਹੀਂ ਸਵਾਲ ਨਹੀਂ ਥੈਂਕ ਯੂ ਸੋ ਮਚ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਨੈਕਸਟ ਟਾਈਮ ਵੀ ਲੈ ਲਈਏ ਹੈਲੋ Hi, I had a question. Now they're saying that masks aren't mandatory. What are your opinions on wearing a mask? And also, you know, sometimes I see people wearing masks, but their nose isn't covered. Then is that pointless as well? Okay. Yeah, that's a good question. So, like, obviously, masks right now, they're not mandatory other than even in your setting. Currently, they're not mandatory. But, like, I mean, this is a personal opinion. I guess you could say it's a medical opinion. But from a personal standpoint, is that, like, I would recommend wearing masks as much as you can just because there are a lot of viruses going around right now. COVID ਵੀ ਵੱਧ ਰਿਹਾ ਹੈ ਨਾ ਤੇ ਤੁਹਾਨੂੰ ਪਤਾ ਹੀ ਹੈ ਕੋਵਿਡ ਕਿੱਦਾਂ ਟ੍ਰਾਂਸਮਿਟ ਹੁੰਦਾ ਇੱਕ ਦੂਜੇ ਨੂੰ ਫਰਮ ਰੈਸਪੀਰੇਟਰੀ ਸੈਕ੍ਰੀਸ਼ਨ ਜਦੋਂ ਆਪਾਂ ਗੱਲ ਕਰਦੇ ਆ ਜਾਂ ਆਪਾਂ ਖਾਂਸੀ ਕਰਦੇ ਆ ਜਾਂ ਆਪਾਂ ਛਿੱਕ ਮਾਰਦੇ ਆ ਹਨਾ ਇਹ ਚੀਜ਼ਾਂ ਨਾਲ ਅਫਕੋਰਸ ਥੁੱਕ ਜਾਂਦਾ ਹਵਾ 'ਚ ਤੇ ਜਦੋਂ ਥੁੱਕ ਹਵਾ 'ਚ ਜਾਂਦਾ ਜਾਂ ਤਾਂ ਸਿੱਧੇ ਕਿਸੇ ਦੇ ਲਾਈਕ ਅੱਖ ਦੇ ਥਰੂ ਨੱਕ ਦੇ ਥਰੂ ਮੂੰਹ ਦੇ ਥਰੂ ਉਹਨਾਂ ਦੇ ਵਿੱਚ ਜਾਂਦਾ ਦੈਟਸ ਹਾਊ ਦ ਵਾਇਰਸ ਇਜ਼ ਟ੍ਰਾਂਸਮਿਟਡ ਜਾਂ ਮੈਂ ਜੇ ਮੈਨੂੰ ਲਾਈਕ ਕੋਵਿਡ ਹੈਗਾ ਤੇ ਐਂਡ ਆਈ ਸਨੀਜ਼ ਉਹ ਨਾਲ ਗੱਲ ਕਰਦਾ ਜੇ ਮੈਂ ਛਿੱਕ ਮਾਰਦਾ ਤੇ ਜਿਹੜਾ ਥੁੱਕ ਆ ਮੇਰੇ ਮੂੰਹ 'ਚੋਂ ਉਹ ਜਾ ਕੇ ਕਿਤੇ ਲਾਈਕ ਸਰਫੇਸ ਦੇ ਉੱਤੇ ਜਾਂਦਾ ਡੋਰ ਹੈਂਡਲ ਦੇ ਉੱਤੇ ਜਾਂ ਕਾਊਂਟਰ ਟਾਪ ਦੇ ਉੱਤੇ ਫਿਰ ਕੋਈ ਆ ਕੇ ਉਹਨੂੰ ਟੱਚ ਕਰਦਾ ਫਿਰ ਜਾ ਕੇ ਉਹ ਆਪਣਾ ਮੂੰਹ ਨੂੰ ਟੱਚ ਕਰਦੇ ਅੱਖ ਨੂੰ ਟੱਚ ਕਰਦੇ ਨੱਕ ਨੂੰ ਟੱਚ ਕਰਦੇ ਫਿਰ ਉਹਨਾਂ ਨੂੰ ਵਾਇਰਸ ਹੋ ਸਕਦੀ ਇੱਦਾਂ ਹੀ ਟ੍ਰਾਂਸਮਿਟ ਹੁੰਦੀ ਆ ਖਾਣ ਪੀਣ ਤੋਂ ਨਹੀਂ ਹੁੰਦੀ ਠੰਡੀ ਹਵਾ ਤੋਂ ਨਹੀਂ ਹੁੰਦੀ ਕੋਕ ਤੋਂ ਨਹੀਂ ਹੁੰਦੀ ਕੈਚਅਪ ਤੋਂ ਨਹੀਂ ਹੁੰਦੀ ਦਿਸ ਇਜ਼ ਹਾਊ ਆਲ ਦ ਵਾਇਰਸਿਸ ਆਰ ਟ੍ਰਾਂਸਮਿਟਡ ਡਜ਼ਨਟ ਮੈਟਰ ਤੁਹਾਨੂੰ ਕਿਹੜੀ ਵਾਇਰਸ ਹੈਗੀ ਆ ਕਿਹੜਾ ਬੈਕਟੀਰੀਆ ਹੈਗਾ ਕੰਨ ਦੀ ਇਨਫੈਕਸ਼ਨ ਗਲੇ ਦੀ ਇਨਫੈਕਸ਼ਨ ਸਾਇਨਸ ਦੀ ਇਨਫੈਕਸ਼ਨ ਲੰਗਸ ਦੀ ਇਨਫੈਕਸ਼ਨ ਕੋਵਿਡ monkeypox any infection they're all transmitted this way so of course ਆਪਾਂ protect ਕਿੱਦਾਂ ਆਪਣੇ ਆਪ ਨੂੰ ਕਰੀਏ mask that's the only way ਜੇ ਆਪਣਾ ਨੱਕ ਮੂੰਹ covered ਹੈਗਾ ਫਿਰ of course ਆਪਣੇ virus bacteria ਨਹੀਂ transmit ਹੋ ਸਕਦੀ so that's like the main protection ਜਦੋਂ ਵੀ ਤੁਸੀਂ ਆਪਣੇ ਅੱਖ ਨੂੰ touch ਕਰਨਾ ਨੱਕ ਨੂੰ touch ਕਰਨਾ ਮੂੰਹ ਨੂੰ touch ਕਰਨਾ you should try to wash your hands first of course ਜੇ ਤੁਹਾਨੂੰ ਕੋਈ ਵੀ symptoms ਹੈਗੇ ਆ ਬੁਖਾਰ ਕਾਂਬਾ ਬਾਡੀ ਦੁਖਦੀ ਹੈ ਗਲਾ ਦੁਖਦਾ ਖਾਂਸੀ ਹੈਗੀ ਹੈ ਸਾਈਨਸਿਸ ਦੁਖਦੇ ਕੰਨ ਦੁਖਦਾ whatever ਤੁਹਾਨੂੰ ਫਿਰ ਇੱਕ ਤਾਂ ਘਰ ਰਹਿਣਾ ਚਾਹੀਦਾ
but ਜੇ ਤੁਹਾਨੂੰ ਜਾਣਾ ਪੈ ਰਿਹਾ ਬਾਹਰ then you should wear a mask. ਹੁਣ ਕਈ ਲੋਕਾਂ ਨੂੰ ਕੋਵਿਡ ਹੁੰਦਾ ਪਰ ਉਹਨਾਂ ਨੂੰ ਕੋਈ ਛਿੱਕਾਂ ਨਹੀਂ ਆ ਰਹੀਆਂ, ਕੋਈ ਖਾਂਸੀ ਨਹੀਂ ਆ ਰਹੀ, then they're actually a little bit less contagious because you know only ਜਦੋਂ ਬੋਲਦੇ ਆ ਤੇ ਥੁੱਕ ਬਾਹਰ ਜਾਂਦਾ ਉਹ ਸਿਰਫ ਉੱਥੋਂ ਕੋਵਿਡ ਕਿਸੇ ਹੋਰ ਨੂੰ ਹੋ ਸਕਦਾ। ਸੋ ਉਹਨਾਂ ਨੂੰ ਮਤਲਬ ਬਾਹਰ ਤੇ ਨਹੀਂ ਜਾਣਾ ਚਾਹੀਦਾ ਬਿਲਕੁਲ ਵੀ, ਬਟ ਜੇ ਜਾਂਦੇ ਆ ਤੇ ਮਾਸਕ ਪਾ ਕੇ ਜਾਂਦੇ ਆ then it's safe। ਹੁਣ ਜਿਹੜੀ ਮਾਸਕ ਨੱਕ ਦੇ ਥੱਲੇ ਦੀ ਗੱਲ ਆ, ਇੱਕ ਤਾਂ ਜੇ ਤੁਹਾਡਾ ਮਾਸਕ ਨੱਕ ਨੂੰ ਨਹੀਂ ਕਵਰ ਕਰਿਆ ਤੁਹਾਨੂੰ ਦੂਜਿਆਂ ਤੋਂ ਇਨਫੈਕਸ਼ਨ ਹੋ ਸਕਦੀ ਹੈ, ਪਤਾ ਹੀ ਆ, ਬਿਕਾਜ਼ ਨੱਕ ਦੇ ਥਰੂ ਇੱਕ ਪੋਰਟਲ ਹੈਗਾ। ਪਲੱਸ ਜੇ ਤੁਸੀਂ ਛਿੱਕਾਂ ਮਾਰੇ ਆ, ਜੇ ਤੁਹਾਡਾ ਨੱਕ ਚੱਲਦਾ, ਫਿਰ ਤੁਸੀਂ ਦੂਜਿਆਂ ਨੂੰ ਵੀ ਯੂ ਨੋ ਇਨਫੈਕਸ਼ਨ ਦੇ ਸਕਦੇ। ਸੋ ਇਟਸ ਗੁੱਡ ਟੂ ਕਵਰ ਯਰ ਨੋਜ਼ ਟੂ। ਐਂਡ ਲਾਈਕ ਜੇ ਤੁਸੀਂ ਸਾਰੇ ਕਿਤੇ ਨਹੀਂ ਮਾਸਕ ਪਾਉਣਾ, ਆਈ ਅੰਡਰਸਟੈਂਡ ਰਾਈਟ, ਬਿਕਾਜ਼ ਮੈਂ ਵੀ ਨਹੀਂ ਸਾਰੇ ਕਿਤੇ ਪਾਉਂਦਾ, ਬਟ ਆਈ ਵੁੱਡ ਸੇ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਜਦੋਂ ਵੀ ਤੁਸੀਂ ਲਾਈਕ ਹਾਈ ਰਿਸਕ ਏਰੀਆ ਜਾਂਦੇ ਆ ਨਾ, ਹਾਈ ਰਿਸਕ ਤਾਂ ਪਤਾ ਹੀ ਹੈ, ਹਸਪੀਟਲ ਹੋ ਗਿਆ, ਡਾਕਟਰਸ ਆਫਿਸ ਹੋ ਗਿਆ, ਫਾਰਮੇਸੀ ਹੋ ਗਈ, ਜਿੱਥੇ ਵੀ ਬਿਮਾਰ ਲੋਕੀ ਜਾਂਦੇ ਆ ਜਾਂ ਜਿੱਥੇ ਬਹੁਤ ਜ਼ਿਆਦਾ ਲੋਕੀ ਨੇੜੇ ਨੇੜੇ ਖੜੇ ਆ, ਉੱਥੇ ਤੁਸੀਂ ਮਾਸਕ ਪਾਉਣਾ ਚਾਹੀਦਾ। ਐਂਡ ਦੈਨ ਈਵਨ ਦੋ ਮੈਂ ਤੁਹਾਨੂੰ ਕਹਿ ਰਿਹਾ ਸੀ ਵੀ ਫੂਡ ਤੋਂ ਨਹੀਂ ਹੁੰਦਾ, ਅਫਕੋਰਸ ਜੇ ਹੁਣ ਆਪਾਂ ਕਿਤੇ ਲਾਈਕ ਹਾਲ ਪਾਰਟੀ ਤੇ ਗਿਆ, ਰਿਸੈਪਸ਼ਨ ਤੇ ਗਿਆ, ਸ਼ਾਦੀ ਤੇ ਗਿਆ, ਜਿੱਥੇ ਵੀ ਆਪਣਾ ਉਹ ਹੁੰਦਾ ਖਾਣਾ ਬਾਹਰ ਪਿਆ ਲਾਈਕ ਅ ਬਫੇ, ਉੱਥੇ ਪਤਾ ਹੀ ਆ ਲੋਕੀ ਉੱਤੇ ਗੱਲ ਕਰਦੇ ਆ। ਹੁਣ ਉਹਨਾਂ ਚੋਂ ਇੱਕ ਬੰਦੇ ਕੋਲ ਤਾਂ ਕੋਵਿਡ ਜ਼ਰੂਰ ਹੋਊਗਾ, ਪਤਾ ਹੀ ਆ, ਜੇ 100 ਬੰਦੇ ਹੈਗੇ ਇੱਕ ਨੂੰ ਤਾਂ ਹੋਊਗਾ ਹੀ, ਤੇ ਉਹ ਜੇ ਬਫੇ ਦੇ ਉੱਤੇ ਗੱਲ ਕਰ ਰਿਹਾ ਮਾਸਕ ਨਹੀਂ ਪਾਇਆ ਹੋਇਆ, ਫਿਰ ਉਹਨਾਂ ਦਾ ਥੁੱਕ ਜਾ ਕੇ ਤੁਹਾਡੇ ਸਬਜ਼ੀ 'ਚ ਜਾਊਗਾ, ਪਤਾ ਹੀ ਆ, ਉਹ ਤਾਂ everybody knows। ਹੁਣ ਆਪਾਂ ਇਹਦੇ ਚੀਜ਼ਾਂ ਬਾਰੇ ਸੋਚਦੇ ਨਹੀਂ ਬਿਕਾਜ਼ ਇਟਸ ਡਿਸਗਸਟਿੰਗ, ਬਟ ਇਹ ਤਾਂ ਪਤਾ ਹੀ ਹੈ, ਫਿਰ ਤੁਹਾਨੂੰ ਹੋ ਸਕਦਾ। ਸੋ ਯੂ ਸ਼ੁਡ ਟਰਾਈ ਟੂ ਅਵੋਇਡ, ਮਤਲਬ ਪਾਰਟੀ ਤੇ ਤੁਸੀਂ ਉੱਦਾਂ ਜਾ ਸਕਦੇ ਆ, ਬਟ ਮੇਬੀ ਅਵੋਇਡ ਈਟਿੰਗ ਦਾ ਬਫੇ ਫੂਡ ਬਿਕਾਜ਼ ਉੱਥੋਂ ਹੀ ਲੋਕਾਂ ਨੂੰ ਹੋ ਰਿਹਾ 100%। ਹਾਂਜੀ, ਸੋ ਡਾਕਟਰ ਸਾਹਿਬ ਇਹ ਗੱਲ ਤੁਹਾਡੀ ਬਿਲਕੁਲ ਸੱਚੀ ਹੈ। ਮੈਂ ਵੀ ਲਾਸਟ ਵੀਕ ਅਸੀਂ ਕਿਸੇ ਪਾਰਟੀ ਤੇ ਗਏ ਸੀਗੇ, ਤੇ ਜਦੋਂ ਮੈਂ ਇੱਥੇ ਲਾਸਟ ਸੰਡੇ ਨੂੰ ਕਰਕੇ ਗਿਆ, ਪ੍ਰੋਗਰਾਮ ਠੀਕ ਠਾਕ ਸੀਗਾ ਕਿਉਂਕਿ ਪਾਰਟੀ ਅਟੈਂਡ ਕੀਤੀ, ਉੱਥੇ ਓਪਨ ਬਫੇ ਸੀਗਾ, ਤੇ ਤੁਹਾਡੀ ਗੱਲ ਇੱਕ ਨਹੀਂ, ਉੱਥੇ ਸਾਰੇ ਬੰਦੇ ਛਿੱਕਾਂ ਮਾਰ ਰਹੇ ਸੀਗੇ ਤੇ ਨੋਬਡੀ ਕੇਅਰ, ਵਾਹਿਗੁਰੂ ਕਹਿੰਦੇ ਨੇ ਛਿੱਕ ਮਾਰ ਕੇ ਤੇ ਨਾ ਕਵਰ ਕਰਦੇ ਨੇ, ਤੇ ਉਸ ਕਰਕੇ ਮੈਨੂੰ ਲੱਗਦਾ ਵੀ ਜਿਹੜਾ ਖਾਣਾ ਅਸੀਂ ਖਾ ਕੇ ਆਏ ਆ, ਤੇ ਉਹਦੇ ਬਾਅਦ ਹੀ ਠੰਡ ਲੱਗਣੀ ਸ਼ੁਰੂ ਹੋ ਗਈ, ਫਿਰ ਕਾਂਬਾ ਲੱਗਣਾ ਸ਼ੁਰੂ ਹੋ ਗਿਆ, ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ। ਅੱਜ ਵੀ ਬੇਸ਼ੱਕ ਮੈਂ ਸਟੂਡੀਓ 'ਚ ਬੈਠਾ, ਪਰ ਹਾਲੇ ਵੀ ਮੈਂ ਪਰਫੈਕਟਲੀ ਆਲ ਰਾਈਟ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ। ਕਮਜ਼ੋਰੀ ਹੈ, ਤੁਹਾਡੀ ਗੱਲ ਠੀਕ ਹੈ। ਇਹ ਬਾਕੀ ਸਾਡੇ ਸਰੋਤਿਆਂ ਨੂੰ ਵੀ ਸੁਣਨਾ ਚਾਹੀਦਾ ਕਿ ਜਦੋਂ ਵੀ ਪਾਰਟੀ 'ਤੇ ਤੁਸੀਂ ਜਾਂਦੇ ਹੋ, ਉਹਦੇ ਬਫੇ ਨੂੰ ਥੋੜ੍ਹਾ ਜਿਹਾ ਅਵੋਇਡ ਕਰਿਆ ਕਰੋ, ਕਿਉਂਕਿ ਲੋਕ ਜਿੰਨੇ ਵੀ ਉੱਥੇ ਜਦੋਂ ਰਸ਼ ਪੈਂਦਾ ਨਾ, ਕੋਈ ਪਰਵਾਹ ਨਹੀਂ ਕਰਦਾ, ਨਾਲੇ ਗੱਲਾਂ ਕਰੀ ਜਾਂਦੇ ਨੇ, ਹੱਥ ਵੀ ਨਹੀਂ ਧੋਤੇ ਹੁੰਦੇ, ਉਸੇ ਤਰ੍ਹਾਂ ਸਬਜ਼ੀਆਂ 'ਚ ਪਾਈ ਜਾਂਦੇ ਨੇ, ਚਮਚੇ ਵੀ ਦੂਜੇ ਪਾਸੇ ਨਾਲ ਗੱਲਾਂ ਕਰੀ ਜਾਂਦੇ ਨੇ, ਉਹ ਜਿਹੜੇ ਥੁੱਕ ਆ ਜਿਹੜਾ ਉਹ ਸਬਜ਼ੀਆਂ 'ਚ ਡਿੱਗਦਾ। ਤਾਂ ਕੁਦਰਤੀ ਗੱਲ ਹੈ, ਤੁਸੀਂ ਲਾਈਟ ਚਲਾ ਕੇ ਜੋ ਡਾਈਨਿੰਗ ਟੇਬਲ 'ਤੇ ਹੀ ਬੈਠਦੇ ਹੋ, ਮੈਂ ਤਾਂ ਇਹ ਵੀ ਕਹਿੰਦਾ ਕਈ ਵਾਰੀ ਡਾਈਨਿੰਗ ਟੇਬਲ 'ਤੇ ਜਦੋਂ ਤੁਸੀਂ ਬੈਠਦੇ ਹੋ, ਡੋਂਗੇ ਆਪਣੇ ਸੈਂਟਰ 'ਚ ਰੱਖ ਲੈਣੇ ਵੀ ਆਪੀ ਪਾਈ ਚੱਲੋ, ਉਹ ਵੀ ਖਤਰਨਾਕ ਹੈ। ਦੋਨਾਂ ਪਾਸੇ ਬੈਠੇ ਹੋਣੇ, ਨਾਲੇ ਗੱਲਾਂ ਕਰੀ ਜਾਂਦੇ ਤੇ ਵਿਚਾਲੇ ਤੁਸੀਂ ਦੇਖ ਲਓ ਧਿਆਨ ਨਾਲ ਸਾਡੇ ਮੂੰਹ 'ਚੋਂ ਕੀ ਕੁਝ ਨਿਕਲਦਾ ਤੇ ਉਹ ਸਾਡੇ ਸਬਜ਼ੀਆਂ 'ਚ ਪੈਂਦਾ। ਸੋ ਕਿਉਂਕਿ ਬਿਮਾਰੀ ਹੈ, ਇਸ ਕਰਕੇ ਸਾਨੂੰ ਅਵੋਇਡ ਕਰਨ ਦੀ ਲੋੜ ਹੈ। ਸੋ ਡਾਕਟਰ ਸਾਹਿਬ ਆਪਾਂ ਫਿਰ ਨੈਕਸਟ ਵੀਕ ਫਿਰ ਪ੍ਰੋਗਰਾਮ ਕਰ ਲਾਂਗੇ। ਪਹਿਲੀ ਗੱਲ ਤਾਂ ਥੈਂਕ ਯੂ ਵੈਰੀ ਮੱਚ, ਹੈ ਨਾ, ਤੁਸੀਂ ਇੰਨਾ ਹੀ ਟਾਈਮ ਦਿੱਤਾ। ਸੋ ਨੈਕਸਟ ਵੀਕ ਆਪਾਂ ਹੋਰ ਸਵਾਲਾਂ ਦੇ ਜਵਾਬ ਪੁੱਛ ਲਾਂਗੇ, ਕਿਉਂਕਿ ਅੱਜ ਥੋੜ੍ਹਾ ਟਾਈਮ ਸੀ, ਅਚਾਨਕ ਹੀ ਪ੍ਰੋਗਰਾਮ ਆਪਣਾ ਸ਼ੁਰੂ ਹੋਇਆ। ਸੋ ਮੈਂ ਤੁਹਾਡਾ ਥੈਂਕਸ ਕਰਦਾ। ਫਿਰ ਨੈਕਸਟ ਵੀਕ ਤੁਸੀਂ ਫਿਰ ਪਲੀਜ਼ ਲੋਕਾਂ ਦੀ ਸੇਵਾ ਕਰਿਓ। ਥੈਂਕ ਯੂ ਵੈਰੀ ਮੱਚ। ਹਾਂਜੀ, ਥੈਂਕ ਯੂ। ਸੋ ਪਿਆਰੇ ਸਰੋਤਿਓ, ਜਿਸ ਤਰ੍ਹਾਂ ਕਿ ਹੁਣ ਤੁਹਾਨੂੰ ਸੁਣਿਆ ਹੀ ਹੈ ਕਿ ਡਾਕਟਰ ਅੰਕੁਸ਼ ਲਾਈਵ ਤੁਹਾਡੇ ਜਿਹੜੇ ਕੁਐਸਚਨ ਸੀਗੇ ਉਹਨਾਂ ਦੇ ਜਵਾਬ ਦੇ ਰਹੇ ਸੀਗੇ। ਬੜੇ ਵਧੀਆ 2-3 ਸਵਾਲ ਆਏ, ਉਹਨਾਂ ਨੇ ਬੜਾ ਡਿਟੇਲ ਦੇ ਵਿੱਚ ਦੱਸਿਆ, ਆਨਸਰ ਵੀ ਦਿੱਤਾ। ਤੁਸੀਂ ਨੈਕਸਟ ਵੀਕ ਫਿਰ ਆਪਾਂ ਜਿਹੜਾ 4 ਵਜੇ ਸੰਡੇ 'ਚ ਹੋਊਗਾ, 4:05 ਤੋਂ ਲੈ ਕੇ 4:10 ਤੱਕ, ਜਦੋਂ ਵੀ ਉਹਨਾਂ ਨਾਲ ਸਾਡੀ ਗੱਲਬਾਤ ਸ਼ੁਰੂ ਹੋ ਜਾਊਗੀ, ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ। ਇਹਨਾਂ ਨਾਲ ਲੋਕਾਂ ਦਾ ਫਾਇਦਾ ਹੁੰਦਾ ਹੈ। ਤੇ ਬਾਕੀ ਟਾਈਮ ਜਿਹੜਾ ਹੋਊਗਾ 15-20 ਮਿੰਟ ਤੋਂ ਬਾਅਦ ਮੈਂ ਜਿਹੜਾ ਆਪਣਾ ਸਪਿਰਿਚੁਅਲ ਜਿਹੜੇ ਟੌਪਿਕ ਨੇ ਉਹ ਡਿਸਕਸ ਕਰ ਲਿਆ ਕਰਾਂਗਾ। ਉਹਦਾ ਕੋਈ ਖਾਸ ਗੱਲ ਨਹੀਂ, ਪਰ ਉਹ ਵੀ ਇਕੁਅਲ ਇੰਪੋਰਟੈਂਟ ਨੇ। ਪਰ ਮੈਂ ਨਾਲ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜਾ ਦੂਸਰਾ ਸੈਗਮੈਂਟ ਆ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਹੱਥ ਜੋੜ ਕੇ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਹੈ ਖਾਸ ਕਰਕੇ ਮੈਡੀਕਲ ਦਾ, ਸਪਿਰਿਚੁਅਲ ਵੀ ਇਕੁਅਲ ਗੁੱਡ, ਇਕੁਅਲ ਇੰਪੋਰਟੈਂਟ, ਤੁਸੀਂ ਇਹਨੂੰ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਹੋਰ ਲੋਕਾਂ ਦਾ ਵੀ ਫਾਇਦਾ ਹੋ ਸਕੇ। ਜਦੋਂ ਤੁਸੀਂ ਆਪ ਸੁਣ ਲੈਂਦੇ ਤੇ ਬੰਦ ਕਰ ਦਿੰਦੇ ਹੋ, 1 ਸਕਿੰਟ ਤੋਂ ਵੀ ਘੱਟ ਟਾਈਮ ਲੱਗਦਾ। ਜੇ ਤੁਸੀਂ ਦੂਜਿਆਂ ਨੂੰ ਵੀ ਦੱਸੋ, ਕਿਸੇ ਨੂੰ ਹੁਣ ਜਿਵੇਂ ਹੁਣ ਗੱਲ ਆਪਣੀ ਪੀਕ ਜਿਹੜੀ ਸੀਗੀ ਮਾਸਕ ਦੀ ਗੱਲ ਕੀਤੀ ਹੈ ਜਾਂ ਕੋਈ ਹੋਰ ਜਿਹੜੇ ਵੀ ਕੁਐਸਚਨ ਸੀਗੇ, ਹੋ ਸਕਦਾ ਕਿ ਜਦੋਂ ਤੁਸੀਂ ਹੋਰਾਂ ਨੂੰ ਸ਼ੇਅਰ ਕਰੋ, ਹੋ ਸਕਦਾ ਕਿਸੇ ਦੇ ਹੋਰ ਸਵਾਲ ਹੋਣਗੇ, ਕਿਉਂਕਿ ਇਹ ਕਿਹੜਾ ਆਪਾਂ ਵੈਦ ਨੂੰ ਬੁਲਾਇਆ, ਇਹ ਕਿਹੜਾ ਆਪਾਂ ਨੈਚੁਰੋਪੈਥੀ ਨੂੰ, ਹੋਮਿਓਪੈਥੀ ਨੂੰ ਬੁਲਾਇਆ, ਤੇ ਲਾਇਸੈਂਸ ਕੈਨੇਡਾ ਦੇ ਐਲੋਪੈਥੀ ਦੇ ਡਾਕਟਰ ਨੇ, ਇਹਨਾਂ ਕੋਲ ਤਾਂ ਅਮਰੀਕਨ ਲਾਇਸੈਂਸ ਵੀ ਹੈਗਾ। ਸੋ ਇਹਨਾਂ ਦੀ ਗੱਲ ਦੀ ਔਥੈਂਟਿਸਿਟੀ ਹੈ। ਤੇ ਫਿਰ ਸਾਨੂੰ ਇੱਧਰ ਉੱਧਰ ਪੁੱਛਣ ਨਾਲੋਂ, ਹਸਪੀਟਲ ਦੇ ਵਿੱਚ ਜਾਂ ਡਾਕਟਰਾਂ ਕੋਲ ਜਾ ਕੇ ਟਾਈਮ ਜ਼ਿਆਦਾ ਖਰਾਬ ਕਰਨ ਨਾਲੋਂ, ਇਹ ਗੱਲ ਨੂੰ ਤੁਸੀਂ ਧਿਆਨ ਨਾਲ ਸੁਣ ਕੇ ਸਿੱਧਾ ਵੀ ਆਪਣਾ ਉਸ ਗੱਲ ਦਾ ਤੁਸੀਂ ਜਿਹੜਾ ਹੈਗਾ ਉਹ ਪ੍ਰੋਬਲਮ ਸੋਲਵ ਕਰ ਸਕਦੇ ਹੋ। ਸੋ ਇਸ ਕਰਕੇ ਤੁਸੀਂ ਜਿਹੜਾ ਪ੍ਰੋਗਰਾਮ ਹੈ ਸ਼ੇਅਰ ਕਰ ਦਿਆ ਕਰੋ।
ਸੋ ਇਹ ਜਿਹੜਾ ਪ੍ਰੋਗਰਾਮ ਆਉਂਦਾ YouTube ਤੇ ਵੀ ਆਉਂਦਾ, Facebook ਤੇ ਵੀ ਆਉਂਦਾ, ਮੇਰੀ ਆਪਣੀ ਵੈਬਸਾਈਟ ਤੇ ਵੀ ਆਉਂਦਾ। ਸੋ ਹੁਣ ਆਪਾਂ ਦੂਸਰਾ ਜਿਹੜਾ ਟੌਪਿਕ ਹੈ, ਸੈਗਮੈਂਟ ਉਹ ਸ਼ੁਰੂ ਕਰਨ ਲੱਗੇ ਆ। ਉਹ ਹੈਗਾ ਰਿਐਲਿਟੀ ਆਫ ਲਾਈਫ, ਕਿ ਸਾਡੀ ਜਿਹੜੀ ਜ਼ਿੰਦਗੀ ਹੈ ਨਾ, ਇਹਦੀ ਹਕੀਕਤ ਕੀ ਹੈ। ਕੀ ਜ਼ਿੰਦਗੀ ਦੀ ਹਕੀਕਤ ਇਹ ਹੈ ਕਿ ਮਾਂ ਦੇ ਪੇਟ ਚੋਂ ਜਨਮ ਲੈ ਲਿਆ, रुड़ना सीख लिया, तुरना सीख लिया, स्कूल चले गए, कॉलेज चले गए, यूनिवर्सिटी चले गए, ब्याह हो गया, नौकरी लै ली, बच्चे जम ले, फिर बुढ़ापा आ गया तो तुर गए। ये हैगी रियलिटी। पर असली जी रियलिटी जो असीं समझण की कोशिश करिए तो वह ये है कि पानी ते ही हिम भया, हिम कहते ने, मैं अगे भी दसिया, हिम कहते ने आइस नूं, कि पानी नूं आपां फ्रीजर च रख दिंदे आ ते उहदी आइस बन जाती है। कित्थों आइस बनती है? पानी तो। पानी ही ते हिम भया, हिम फिर बना बलाई। वो जी बर्फ है उन्होंने रख दो किसी भांडे दे विच, थोड़ी हौली 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 वो जिहड़ा पिघल जाती है, वो फिर पानी बन जाता। बलाई कहते ने वाटर। कबीरा जो था सो भया, अब कहा कुछ ना जाई, कि जो कुछ सीगा की सीगा, पानी सी, पानी तो बर्फ बन गई, फिर पानी बन गया। सो इस तरह ही जी साडी आत्मा शरीर च आई, असीं भज्जन लग गए, दौड़न लग गए, दुनिया के काम कार करन लग गए। वो आत्मा जिथों आई सी वापस जाके परमात्मा च मिल गई, तो कहानी साडी खत्म हो गई। सो इन्नी की है कि आत्म अंश राम दी, परमात्मा दी अंश है, तो वो जी अंश है वो साडे शरीर च हुंदी है। जो शरीर च हुंदी है तो असीं दुनिया के रंग खेड तमाशे देखते हैं, तो जदों वो ड्रॉप निकल जाता है तो फिर जाके जिहड़ा हैगा वो परमात्मा च समा जाता है। यही साडी लाइफ की हकीकत है। रविदास जी ने क्या सीगा, प्राणी क्या तेरा क्या मेरा, जैसे तरबर पंख बखेरा, कि तेरा मेरा करी फिरदी, आ मेरी चीज़ आ, तेरी आ मेरी आ। कहंदा कोई चीज़ तुहाडी ते मेरी नहीं हैगी। उन्होंने एग्जाम्पल पंछियां की दी, वर्ड्स की दी, कि जिस तरह पंछी शाम नूं जदों हनेरा हुंदा है ते सारे इकट्ठे हो गए दरख्तां दे इकट्ठे हो जाते हैं, तो जदों सूरज की पहली किरण आउंदी है, सूरज चढ़दा है, तो उदों सारे पंछी उड़ के अपनी रोजगार दे विच, अपनी रोजी दे विच, अपनी रिजक दे विच निकल जाते हैं। सो इसी तरह ही असी भी दुनिया दे विच जिन्ना चिर साह है, असी दुनिया च इकट्ठे हुए हाँ, तो जदों साडा साह निकल जाता आपो अपनी लाइन के उत्ते जा पैना है। हकीकत की है साडी लाइफ की, कि पानी तेरा बुदबुदा, वो हुंदा ना बुलबुला जा हुंदा, कई वारी हुंदा बुलबुला हुंदा आप ही फट जाता, गल फिस जा हुंदा। पानी तेरा बुदबुदा इस मानस की जात, पानी तेरा बुदबुदा इस मानस की जात, देखत ही छुप जाएगा ज्यों तारा प्रभात। जिस तरह तारे रात नूं निकलदे ने, जो सवेरे हुंदे गुम हो जांदे ने, तारा लभदा नहीं सानू। देखत ही छुप जाएगा ज्यों तारा प्रभात, ढूंढे पता मिले नहीं तेरा, ढूंढे पता मिले नहीं तेरा, खोजी खोज ना पाएगा। वो तारा जिहड़ा गुम होया है, रात नूं चमकदा सी, देखदे सी, सवेरे नहीं दिसदा, जिन्नी मर्जी खोज कर लो मुड़ के तारा नहीं लभदा। इसी तरह ही सानू कहंदे ढूंढे पता मिले नहीं तेरा। जदों साडा साह निकल गया ना, जदों साडी डैड बॉडी बन गई, आत्मा निकल गई, तो जे लभीए भी जिहड़ा भाई साहब सरदार जी, भाई साहब जी, वो बाऊ जी बोलते हुंदे सीगे, उन्हां नूं लभ के लियाओ, किहड़ी मिट्टी च ने, जे दफनाता कित्थे ने, कख नहीं पता लगना, जिन्नी मर्जी खोज कर लो। कहो कबीर जागे सो पाए, सोएगा पछताएगा। इस करके जागते रहो। अपनी लाइफ के बारे सानू ज्ञान होना चाहिए। जे असी अपनी लाइफ के बारे ज्ञान प्राप्त ना किया, सोएगा, सोएगा मतलब जे प्राप्त ना किया, जे अवेयरनैस ना आई, जे असी इग्नोर करता अपनी लाइफ नूं, तां फिर पछताएगा। जिवें कहंदे अब पछताए होत क्या जब चिड़िया चुगी खेत। जदों हस्पताल च पए आ, अखीरले साह पाइपां लगियां हुंदियां, साह आउंदा नहीं, गोडे सीधे हुंदे नहीं, अखां की पहचान नहीं हुंदी, उच्चा सुनदा, भुख नहीं लगती, कुछ नहीं लगती, उदों कहने सारी जिंदगी बर्बाद करती। फिर उदों कहण दा की फायदा? जिन्ना चिर साडा प्रॉपर साह चल रहा, असीं हसदे हां, खेडदे हां, परिवार च सौंने हां वधिया, बीमारियां तो बचे हुए हां, सानू अपनी लाइफ के बारे समझना चाहिए कि लाइफ की है। पानी तेरा बुदबुदा इस मानस की जात, देखत ही छुप जाएगा ज्यों तारा प्रभात, ढूंढे पता मिले नहीं तेरा, खोजी खोज ना पाएगा। कहे कबीर जागो सो पाए, सोएगा पछताएगा। इस करके हमेशा के लिए रहना नहीं इस दौरे फानी में। जे कोई बंदा सोचे ना कि मेरी मौत नहीं होनी, वो भुलेखे च, बहुत बड़े भुलेखे च। हमेशा के लिए रहना नहीं इस दौरे फानी में, कुछ अच्छा काम कर लो 4 दिन की जिंदगानी में।
ਇਹ ਥੋੜੇ ਜਿਹੀ ਜਿਹੜੀ ਜ਼ਿੰਦਗੀ ਸਾਨੂੰ ਮਿਲੀ ਹੈ ਨਾ, ਲਾਈਫ ਮਿਲੀ ਹੈ, ਇਹਦਾ ਸਾਨੂੰ ਲਾਹਾ ਲੈਣਾ ਚਾਹੀਦਾ, ਕਿਉਂਕਿ अच्छी करनी करो कबीरा मत करना तुम काला, हजार आंख से देख रहा है तुझको देखन वाला। ਜਦੋਂ ਅਸੀਂ ਕਹਿੰਦੇ ਨਾ ਵੀ ਸਾਨੂੰ ਕੋਈ ਦੇਖਦਾ ਨਹੀਂ, ਜਿੰਨੀ ਮਰਜ਼ੀ ਹੇਰਾਫੇਰੀ ਕਰ ਲਓ, ਨਿੰਦਿਆ ਚੁਗਲੀ ਕਰ ਲਓ, ਠੱਗੀ ਠੋਰੀ ਕਰ ਲਓ, ਇਹ ਭੁੱਲ ਜਾਣ ਦੇਖਣ ਵਾਲਾ ਬਾਹਰ ਨਹੀਂ। ਉਹ ਕੈਮਰੇ ਦਾ ਕਈ ਵਾਰੀ ਧੋਖਾ ਦੇ ਦੇਣ, ਕੈਮਰੇ ਦੇ ਕਨੈਕਸ਼ਨ ਕੱਟ ਲਓਗੇ, ਪਰ ਉਹ ਜਿਹੜਾ ਵੱਡਾ ਕੈਮਰਾ ਸਾਡੇ ਅੰਦਰ ਲੱਗਿਆ ਨਾ, ਉਹਦੇ ਕੋਲੋਂ ਕੋਈ ਚੀਜ਼ ਛੁਪੀ ਵੀ ਨਹੀਂ। ਤੇ ਜਦੋਂ ਉਹਦੇ ਅੱਗੇ ਪੇਸ਼ ਹੋਣਾ ਪਊਗਾ ਨਾ, ਅਮਲਾਂ ਉੱਤੇ ਹੋਣ ਨਵੇੜੇ, ਉੱਥੇ ਫਿਰ ਤੁਹਾਡੀ ਲੌਜਿਕ ਨਹੀਂ ਚੱਲਦੀ। ਉੱਥੇ ਜਿੱਦਾਂ ਮਰਜ਼ੀ ਵਕੀਲ ਕਰ ਲਿਓ ਤੁਸੀਂ, ਵੱਡੇ ਤੋਂ ਵੱਡਾ, ਚਾਹੇ ਵਕੀਲ ਖੁਦ ਵੀ ਹੋਈ ਹੋ, ਉੱਥੇ ਕਿਸੇ ਨੇ ਪੁੱਛ ਪੜਤਾਲ ਨਹੀਂ ਕਰਨੀ। ਉੱਥੇ ਸਾਡੇ ਅਮਲਾਂ ਦੇ ਉੱਤੇ, ਜਿਹੜੇ ਅਮਲ ਅਸੀਂ ਕਰਦੇ ਹਾਂ, ਉਹਦੇ ਉੱਤੇ ਫੈਸਲੇ ਹੋਣੇ ਨੇ। ਦੇਖ ਲਓ ਹਕੀਕਤ ਕੀ ਹੈ। ਦੁਨੀਆ ਦੇ ਮਗਰ ਅਸੀਂ ਭੱਜੇ ਫਿਰਦੇ ਹਾਂ, ਪੈਸੇ ਦੇ ਮਗਰ, ਪਦਾਰਥ ਦੇ ਮਗਰ, ਪਦਵੀਆਂ ਦੇ ਮਗਰ, ਵੀ ਹੁਣ ਸਾਨੂੰ ਮੇਅਰ ਬਣਾ ਦਿਓ। ਆ ਮੇਅਰ ਦੀਆਂ ਬਰੈਂਪਟਨ 'ਚ ਇਲੈਕਸ਼ਨਾਂ ਹੋ ਰਹੀਆਂ, ਵੈਸੇ ਤਾਂ ਇੰਟੈਰੀਓ ਸਾਰੇ ਥਾਂ 'ਤੇ ਹੋ ਰਹੀਆਂ ਨੇ। ਕੋਈ ਕਾਉਂਸਲਰ ਖੜਾ ਹੋਇਆ, ਕੋਈ ਰੀਜਨਲ ਕਾਉਂਸਲਰ ਹੋਇਆ, ਕੋਈ ਸਕੂਲ ਟਰਸਟੀ ਖੜਾ ਹੋਇਆ। ਹੁਣ ਦੇਖੋ ਫਿਕਰ ਪੈ ਗਏ ਉਹਨਾਂ ਨੂੰ ਵੀ ਉਹਨੂੰ ਮਿਲੋ, ਇਹਨੂੰ ਮਿਲੋ, ਵੋਟਾਂ ਲੈਣੀਆਂ, ਕੋ ਇੱਕ ਪਾਵਰ ਮਿਲ ਜੇ ਸਾਨੂੰ। ਪਰ ਉਹਦੇ ਲਈ ਕਿੰਨੇ ਉਪਾਅ ਕਰਦੇ ਆ, ਵੀ ਇੱਥੇ ਬੋਰਡ ਲਾਉਣੇ ਆ, ਉਹ ਰੇਡੀਓ ਸਟੇਸ਼ਨ ਦੇ ਮਿਲਣੇ ਆ, ਇਹਨੂੰ ਮਿਲਣੇ ਆ, ਉਹਨੂੰ ਕਰਨੇ ਆ। ਜੇ ਕੋਈ ਪੈਸਾ ਕਮਾਉਣਾ, ਉਹਦੇ ਲਈ ਕਿੰਨੀਆਂ ਸਕੀਮਾਂ ਬਣਾਉਣੇ ਆ, ਵੀ ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਦੇਣੀ ਹੈ। ਪਰ ਜੇ ਰੱਬ ਦੀ ਗੱਲ ਕਰੀਏ, ਰੱਬ ਇਹ ਕਹਿੰਦੇ ਰੱਬ ਲਈ ਮਿਹਨਤ ਨਹੀਂ ਕਰਨੀ, ਰੱਬ ਦਾ ਮੁਫਤ ਜੀ ਆ ਕੇ ਸਾਨੂੰ ਮਿਲ ਜੇ, ਇਹ ਗੱਲ ਪੋਸੀਬਲ ਨਹੀਂ ਹੈ। ਇਸੇ ਕਰਕੇ ਕਿਹਾ ਜਾਂਦਾ ਹੈ, ਧਨ ਪਦਾਰਥ ਪਦਵੀ ਕੀ ਖਾਤਰ, ਧਨ ਪਦਾਰਥ ਪਦਵੀ ਕੀ ਖਾਤਰ, ਦਿਨ ਭਰ ਕਰਤ ਉਪਾਏ। ਸਾਰਾ ਦਿਨ ਟੁੱਟ ਟੁੱਟ ਕੇ ਮਰ ਜਾਂ, ਵੀ ਕੀ ਕਿਵੇਂ ਆਪਾਂ ਇਹ ਪਦਵੀ ਨੂੰ ਵਧੀਆ ਕਰ ਲਈਏ, ਕਿਵੇਂ ਪੈਸੇ ਕਮਾਈਏ, ਕਿਵੇਂ ਸਾਡੇ ਘਰ ਜਾਇਦਾਦਾਂ ਬਣ, ਉਹਦੇ ਲਈ ਉਪਾਅ ਕਰਦੇ ਹਾਂ। धन पदार्थ पदवी की खातर दिन भर करत पाए, बात आवे जब साहिब की तो वो मुफ्त में मिल जाए। तो फिर कहने मेहनत ना करनी पवे, परमात्मा आप ही मिल जाए। परमात्मा आप ही नहीं मिलता। ਜਦੋਂ ਅਸੀਂ ਡਾਕਟਰ ਦੀ ਡਿਗਰੀ ਲੈਂਦੇ ਹਾਂ, ਜਿਵੇਂ ਡਾਕਟਰ ਅੰਕੁਸ਼ ਆਏ ਸੀਗੇ, ਇਹਨਾਂ ਨੇ ਵੀ 10 12 14 ਸਾਲ ਮੋਟੀਆਂ ਮੋਟੀਆਂ ਕਿਤਾਬਾਂ ਪੜ੍ਹੀਆਂ, ਹਸਪਤਾਲਾਂ ਜਾ ਕੇ ਪ੍ਰੈਕਟੀਕਲ ਕੀਤਾ, ਫਿਰ ਜਾ ਕੇ ਇਹਨਾਂ ਨੂੰ ਗਿਆਨ ਹੋਇਆ। ਜੇ ਕੋਈ IT ਦਾ ਗਾਈ ਹੈ, ਜਾਂ ਕੋਈ ਸਾਡੇ ਵਕੀਲ ਨੇ, ਜੋ ਵੀ ਨੇ ਪ੍ਰੋਫੈਸ਼ਨਲ ਨੇ, ਉਹ ਮਿਹਨਤਾਂ ਕਰਦੇ ਨੇ, ਫਿਰ ਜਾ ਕੇ ਉਹਨਾਂ ਨੂੰ ਨੌਲੇਜ ਹੁੰਦੀ ਹੈ। ਇਸੇ ਤਰ੍ਹਾਂ ਹੀ ਜੇ ਰੱਬ ਦਾ ਗਿਆਨ ਲੈਣਾ ਤਾਂ ਸਾਨੂੰ ਸਾਡੀ ਜਿਹੜੀ ਲੈਬੋਰਟਰੀ ਹੈ ਨਾ, ਦਿਸ ਲੈਬੋਰਟਰੀ, ਦਿਸ ਹਿਊਮਨ ਬੋਡੀ ਇਜ਼ ਆਵਰ ਲੈਬੋਰਟਰੀ, ਇਟਸ ਅ ਲਿਵਿੰਗ ਟੈਂਪਲ ਆਫ ਲਿਵਿੰਗ ਗੋਡ। ਸਾਨੂੰ ਅੰਦਰ ਬਣਨਾ ਪਊ। ਅੰਦਰ ਅਸੀਂ ਮਿਹਨਤ ਨਹੀਂ ਕਰਦੇ ਵੀ ਚੁੱਪ ਚਪੀਤੀ ਪਰਮਾਤਮਾ ਮਿਲ ਜੇ, ਇੰਜ ਨਹੀਂ ਮਿਲਦਾ। ਜਿੰਨੇ ਮਰਜ਼ੀ ਤੁਸੀਂ ਸੰਤਾਂ ਦੇ, ਮਹਾਂਪੁਰਸ਼ਾਂ ਦੇ, ਬਾਬਿਆਂ ਦੇ, ਜਿਹੜੇ ਅਸਲੀ ਨੇ ਉਹਨਾਂ ਦੀ ਕੰਪਨੀ ਦਾ ਫਾਇਦਾ ਹੁੰਦਾ, ਜਿਹੜੇ ਨਕਲੀ ਹੁੰਦੇ ਨੇ, ਜਿੰਨੇ ਮਰਜ਼ੀ 150 ਕਿਲੋਮੀਟਰ ਤੁਸੀਂ ਗੇੜੇ ਮਾਰਿਓ, ਭੱਜੇ ਫਿਰੋ, ਪਲੈਨਿੰਗਾਂ ਬਣਾ ਲਓ, ਦਰਸ਼ਨ ਕਰਾਂਗੇ, ਉਹਨਾਂ ਦਾ ਕੱਖ ਨਾ ਅੱਜ ਤੱਕ ਤੁਹਾਨੂੰ ਕਦੇ ਸੋਚ ਕੇ ਦੇਖਿਓ ਵੀ ਤੁਹਾਨੂੰ ਕੋਈ ਫਾਇਦਾ ਵੀ ਹੋਇਆ, ਤੁਹਾਡੇ ਨਿਆਣਿਆਂ ਨੂੰ ਵੀ ਕੋਈ ਫਾਇਦਾ ਹੋਇਆ, ਉਹਨਾਂ ਦੇ ਨਿਆਣਿਆਂ ਨੂੰ ਵੀ ਕੋਈ ਫਾਇਦਾ ਹੋਇਆ। ਬਸ ਭੇੜ ਚਾਲ ਹੈ ਵੀ ਜਾਣਾ ਹੀ ਜਾਣਾ, ਪਿੱਛੋਂ ਨਿੰਦਿਆ ਚੁਗਲੀ ਵੀ ਕਰੀ ਜਾਂਦੇ, ਮੂੰਹ ਤੇ ਜਾਣਾ ਵੀ ਹੈ। ਇਸੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਜੇ ਫਾਇਦਾ ਲੈਣਾ ਤਾਂ ਤੁਹਾਨੂੰ ਆਪਣੇ ਅੰਦਰ ਮਿਹਨਤ ਕਰਨੀ ਪਊਗੀ। ਕੋਸ਼ਿਸ਼ ਕਰੋਗੇ ਬਾਬੇ ਸੰਤ ਮਹਾਂਪੁਰਸ਼ ਤੁਹਾਡੇ ਕੋਲ ਆਪ ਆਉਣ ਅੰਦਰ, ਉਹਨਾਂ ਕੋਲ ਇੰਨੀ ਮਿਹਨਤ ਕਰਨ ਦੀ ਲੋੜ ਨਹੀਂ। ਮਿਹਨਤ ਅੰਦਰ ਕਰੋ, ਉਹ ਆਪ ਹੀ ਚੱਲ ਕੇ ਆਉਂਦੇ ਨੇ, ਉਹ ਸਾਡੇ ਅੰਦਰ ਹੀ ਬੈਠੇ ਨੇ। ਚੱਲਣਾ ਵੀ ਕਿੱਥੇ ਹੈ, ਉਹਨਾਂ ਨੂੰ ਸਿੱਧੇ ਤੁਸੀਂ ਪ੍ਰਗਟ ਕਰੋ। ਸੋ ਇਸ ਕਰਕੇ ਸਾਨੂੰ ਦੁਨੀਆ ਦੀ ਜਿਹੜੀ ਹਕੀਕਤ ਹੈ ਨਾ, ਵੀ ਕਿਉਂ ਸਾਨੂੰ ਦੁੱਖ ਤਕਲੀਫਾਂ ਨੇ, ਇਹਦੇ ਕੁਝ ਕਾਰਨ ਨੇ। ਕਿਉਂਕਿ ਆਪਾਂ ਅੱਜ ਮਿਕਸ ਜਿਹਾ ਪ੍ਰੋਗਰਾਮ ਕਰ ਰਹੇ ਹਾਂ, ਉਹਦੇ ਵਿੱਚ ਹਕੀਕਤ ਕੀ ਆ ਕਿ ਸਭ ਤੋਂ ਪਹਿਲਾਂ ਵੀ ਆਰ ਗਰੀਡੀ, ਅਸੀਂ ਸਾਰੇ ਬੰਦੇ ਲਾਲਚੀ ਆ। ਲਾਲਚੀ ਦੇਖ ਲਓ ਕਿਵੇਂ ਆ ਕਿ ਅਕਬਰ ਤੇ ਬੀਰਬਲ ਦੀ ਮੈਂ ਅੱਗੇ ਵੀ ਕਈ ਗੱਲ ਸੁਣਾਈ ਸੀਗੀ ਕਿ ਅਕਬਰ ਦਾ ਜਿਹੜਾ ਬਾਦਸ਼ਾਹ ਸੀਗਾ, ਉਹਦੇ ਸਿਰ ਦੀ ਮਸਾਜ ਕਰਨ ਇੱਕ ਨਾਈ ਆਉਂਦਾ ਹੁੰਦਾ ਸੀਗਾ ਸਵੇਰੇ ਸਵੇਰੇ। ਰਾਜੇ ਦੇ ਆਉਂਦੇ ਹੀ ਨਹੀਂ ਸਾਰੇ ਜਿੰਨੇ ਨੇ, ਉਹਨੇ ਆ ਕੇ ਉਹਦੇ ਸਿਰ ਤੇ ਮਾਲਿਸ਼ ਕਰਨੀ, ਹੱਥਾਂ ਲੱਤਾਂ ਘੁੱਟਣੇ ਤੇ ਨਾਲੇ ਗੁਣਗੁਣਾਈ ਜਾਣਾ, ਖੁਸ਼ ਰਹਿੰਦਾ ਸੀਗਾ। ਤੇ ਅਕਬਰ ਨੇ ਉਹਨੂੰ ਥੋੜਾ ਮੋਟਾ ਜੋ ਕੁਝ ਦੇਣਾ ਸੀ ਦੇ ਜਾਂਦਾ। ਤੇ ਇੱਕ ਦਿਨ ਅਕਬਰ ਨੇ ਸੋਚਿਆ, ਉਹਨੇ ਬੀਰਬਲ ਨੂੰ ਬੁਲਾਇਆ, ਕਹਿੰਦਾ ਬੀਰਬਲ ਯਾਰ ਮੈਨੂੰ ਕੋਈ ਗੱਲ ਸਮਝ ਨਹੀਂ ਆਉਂਦੀ। ਕਹਿੰਦਾ ਦੱਸੋ ਮਹਾਰਾਜ। ਕਹਿੰਦਾ ਜਿਹੜਾ ਨਾਈ ਹੈ ਇਹ ਜਦੋਂ ਮੇਰੀ ਹਜਾਮਤ ਕਰਦਾ ਹੈ, ਜਦੋਂ ਮੇਰੇ ਸਿਰ ਦੀ ਮਾਲਿਸ਼ ਕਰਦਾ, ਇਹ ਖੁਸ਼ ਰਹਿੰਦਾ, ਮੈਨੂੰ ਮੈਂ ਥੋੜੇ ਜਿਹੇ ਪੈਸੇ ਦਿੰਦਾ। ਮੈਂ ਕਿੰਨਾ ਲੱਖਾਂ ਕਰੋੜਾਂ ਅਰਬਾਂ ਦਾ ਮਾਲਕ ਹਾਂ, ਕਿੱਡੀ ਵੱਡੀ ਮੇਰੀ ਜਾਇਦਾਦ ਹੈ, ਕਿੰਨੇ ਬੜੇ ਰਾਜ ਤੇ ਮੈਂ ਰਾਜ ਕਰ ਰਿਹਾ, ਮੇਰੇ ਦਿਮਾਗ ਤੇ ਚਿੰਤਾ ਰਹਿੰਦੀ ਹੈ, ਇਹਦੇ ਦਿਮਾਗ ਤੇ ਚਿੰਤਾ ਕਿਉਂ ਨਹੀਂ ਰਹਿੰਦੀ? ਉਹ ਕਹਿੰਦਾ ਜੀ ਕੋਈ ਨਹੀਂ, ਮੈਂ ਤੁਹਾਨੂੰ ਕੱਲ ਨੂੰ ਇਹਦਾ ਜਵਾਬ ਦੇਵਾਂਗਾ, ਜਿਵੇਂ ਮੈਂ ਤੁਹਾਨੂੰ ਕਹਿੰਦਾ ਉਸ ਤਰ੍ਹਾਂ ਕਰਿਓ। ਕਹਿੰਦਾ ਠੀਕ ਹੈ। ਦੂਜੇ ਦਿਨ ਬੀਰਬਲ ਕਹਿੰਦਾ ਅਕਬਰ ਨੂੰ, ਕਹਿੰਦਾ ਜੀ 100 ਮੋਹਰਾਂ ਜਿਹੜੇ ਆਪਣੇ ਖਜ਼ਾਨੇ ਚੋਂ 100 ਦੀ ਥਾਂ ਦੇ 99 ਦਿਓ ਮੈਨੂੰ ਮੋਹਰਾਂ, 99। ਉਹਨੇ 99 ਅਕਬਰ ਨੇ ਮੋਹਰਾਂ ਮੰਗਾ ਲਈਆਂ। ਉਹਨੇ ਇੱਕ ਗੁੱਥੀ 'ਚ ਪਾ ਲਈਆਂ, ਗੁੱਥੀ ਕਹਿ ਲਓ, ਗੁੱਥੀ 'ਚ ਮਤਲਬ ਕੱਪੜੇ 'ਚ ਪਾ ਲਈਆਂ, ਪਾ ਕੇ ਉਹਦੇ ਉੱਤੇ ਮੋਹਰ ਲਾਤੀ, 100 ਮੋਹਰਾਂ ਥੱਲੇ ਅਕਬਰ ਦੀ ਮੋਹਰ ਲਾਤੀ। ਉਹ ਜਾ ਕੇ ਨਾਈ ਦੇ ਘਰ ਜਾ ਕੇ ਬਾਹਰ ਸਿੱਟਿਆ, ਦਰਵਾਜ਼ਾ ਖੜਕਾਤਾ। ਜੋ ਦਰਵਾਜ਼ਾ ਖੜਕਾਤਾ ਤੇ ਉਹ ਨਾਈ ਨੇ ਦਰਵਾਜ਼ਾ ਖੋਲ੍ਹਿਆ ਵੀ ਕੌਣ ਹੈ, ਦੇਖਿਆ ਕੋਈ ਵੀ ਨਹੀਂ। ਉਹ ਇੱਧਰ ਉੱਧਰ
ਛੁਪ ਗਏ ਤੇ ਉਹਨੇ ਦੇਖਿਆ ਵੀ ਆਹ ਗੁਥਲੀ ਜੀ ਦੇਖੀਏ ਕੀ ਆ, ਕੌਣ ਰੱਖ ਗਿਆ। ਜਦੋਂ ਦੇਖਿਆ ਉਹਦੇ ਵਿੱਚ ਮੋਹਰਾਂ ਉੱਤੇ ਲੱਗੀ ਹੋਈ ਹੈ, ਮੋਹਰ 100 ਮੋਹਰਾਂ ਦੀ। ਉਹ ਫਟਾਫਟ ਜਨਾਨੀ ਨੂੰ ਕਹਿੰਦਾ ਉਹ ਦੇਖ ਆਪਾਂ ਕਿੰਨੇ ਕਰਮ ਵਾਲੇ ਆ, 100 ਮੋਹਰ ਮਿਲ ਗਈ। ਉਹਨਾਂ ਨੇ ਜਦੋਂ ਗਿਣੀਆਂ ਨਿਕਲੀਆਂ 99। ਉਹ ਫਿਰ ਬਾਹਰ ਆ ਗਏ ਵੀ ਦੇਖੀਏ ਕਿਤੇ ਇੱਧਰ ਨਾ ਡਿੱਗੀ ਹੋਵੇ, ਉੱਧਰ ਨਾ ਡਿੱਗੀ ਹੋਵੇ, ਮਿੱਟੀ ਫਰੋਲ ਨਾ ਕਰਨ ਬਾਹ ਕਰਨ, ਲੱਭੀ ਨਹੀਂ। ਉਹਨਾਂ ਨੂੰ ਬੜਾ ਫਿਕਰ ਪੈ ਗਿਆ ਵੀ ਇਹ ਮੋਹਰ ਤਾਂ 100 ਦੀ ਲੱਗੀ ਆ, ਮਿਲੀਆਂ 99 ਨੇ। ਤੇ ਬੜਾ ਉਹ ਦੁਖੀ ਹੋਇਆ। ਉਹਨੇ ਕਿਹਾ ਵੀ ਇਹ ਤਾਂ ਕੋਈ ਬੰਦੇ ਨੇ ਰਾਜ ਦਰਬਾਰ ਚ ਅਕਬਰ ਦੇ ਰਾਜ ਦੇ ਵਿੱਚ ਕੋਈ ਹੇਰਾ ਫੇਰੀ ਕੀਤੀ ਹੈ। ਤੇ ਉਹ ਪਰੇਸ਼ਾਨੀ ਉਹਨੂੰ ਸ਼ੁਰੂ ਹੋ ਗਈ। ਤੇ ਜਦੋਂ ਪਰੇਸ਼ਾਨੀ ਹੋ ਗਈ ਤੇ ਅਕਬਰ ਨੇ ਦੇਖਿਆ, ਜੋ ਦੂਜੇ ਦਿਨ ਆਇਆ ਉਹਦੇ ਦਿਮਾਗ 'ਚ ਉਹ ਟੈਨਸ਼ਨ ਬਣਾਈ ਦੇ ਵੀ ਯਾਰ 99 ਹੀ ਮਿਲੀਆਂ, 100 ਮਿਲਦੀ ਹੈ, 100 ਇਹ ਕਿਉਂ ਘੱਟ ਕਿਉਂ ਮਿਲੀ, ਇੱਕ ਘੱਟ ਕਿਉਂ ਮਿਲੀ, ਇੱਕ ਘੱਟ ਕਿਉਂ ਮਿਲੀ। ਸੋ ਪਰੇਸ਼ਾਨ ਰਹਿਣ ਲੱਗ ਗਿਆ। ਤੇ ਜਦੋਂ ਵੀਰਵਾਲ ਨੇ ਉਹ ਨਾਈ ਨੂੰ ਸਮਝਾਇਆ ਵੀ ਭਾਈ ਸਾਹਿਬ ਤੇਰੀ ਪਰੇਸ਼ਾਨੀ ਕਿਉਂ ਹੋ ਗਈ, ਕਿਉਂਕਿ ਤੈਨੂੰ ਘੱਟ ਮਿਲੀ ਹੈ, ਯੂ ਸ਼ੁੱਡ ਬੀ ਥੈਂਕਫੁਲ ਟੂ ਗॉड। ਪਹਿਲਾਂ ਤੇਰੇ ਕੋਲ ਕੱਖ ਨਹੀਂ ਸੀ, 99 ਮਿਲ ਗਈਆਂ, ਉਹਦੇ ਲਈ ਤਾਂ ਤੂੰ ਥੈਂਕਫੁਲ ਹੁੰਦਾ ਨਹੀਂ, ਇੱਕ ਘੱਟ ਮਿਲੀ ਉਹਦੇ ਲਈ ਪਛਤਾ ਕਰ ਰਿਹਾ। ਸੋ ਇਸ ਕਰਕੇ ਸਾਡੀਆਂ ਜਿਹੜੀਆਂ ਜ਼ਿਆਦਾ ਹੀ ਪਰੇਸ਼ਾਨੀਆਂ ਨੇ ਨਾ, ਉਹਦਾ ਕਾਰਨ ਲਾਲਚ ਹੈ। ਜੋ ਕੁਝ ਸਾਡੇ ਕੋਲੇ ਹੁੰਦਾ ਹੈ ਉਹਦੇ ਲਈ ਅਸੀਂ ਥੈਂਕਫੁਲ ਨਹੀਂ ਆ, ਉਹਦੇ ਲਈ ਅਸੀਂ ਸਬਰ ਸੰਤੋਖ ਨਹੀਂ ਕਰਦੇ। ਜਿਹੜੀ ਚੀਜ਼ ਨਹੀਂ ਹੈਗੀ ਉਹਦੇ ਲਈ ਸ਼ਿਕਾਇਤ ਕਰਦੇ ਰਹਿੰਦੇ ਆ। ਬਾਂਦਰ ਦੀ ਐਗਜ਼ਾਮਪਲ ਲੈ ਲਓ, ਤੁਸੀਂ ਆਮ ਹਿਸਟਰੀ ਪੜ੍ਹ ਕੇ ਗੂਗਲ ਤੇ ਜਾ ਕੇ ਦੇਖ ਲਓ, ਬਾਂਦਰ ਨੂੰ ਜਿਹੜੇ ਮਦਾਰੀ ਫੜਦੇ ਨੇ ਕਿਵੇਂ ਫੜਦੇ। ਬਾਂਦਰ ਬੜਾ ਚਲਾਕ ਹੁੰਦਾ। ਬਾਂਦਰ ਨੂੰ ਕਿਵੇਂ ਫੜਦੇ ਨੇ, ਉਹ ਘੜਾ ਜ਼ਮੀਨ 'ਚ ਦੱਬ ਦਿੰਦੇ ਨੇ, ਉਹਦਾ ਮੂੰਹ ਹੁੰਦਾ ਛੋਟਾ ਤੇ ਉਹਦੇ ਵਿੱਚ ਛੋਲੇ ਜਾਂ ਪੌਪਕਾਰਨ ਜਾਂ ਖਿੱਲਾਂ ਸਿੱਟ ਦਿੰਦੇ ਨੇ, ਉਹ ਭਰ ਦਿੰਦੇ ਨੇ। ਜਦੋਂ ਬਾਂਦਰ ਆਉਂਦਾ ਦੇਖਦਾ ਵੀ ਖਿੱਲਾਂ ਪਈਆਂ ਨੇ, ਉਹ ਉੱਪਰੋਂ ਚੱਕ ਕੇ ਹੱਥ ਨਾਲ ਖਾਈ ਜਾਂਦਾ ਤੇ ਉਹ ਖਿੱਲਾਂ ਜਦੋਂ ਖਾਲੀਆਂ ਹੁੰਦੀਆਂ ਘੜੇ ਦੇ ਥੱਲੇ ਚਲੀ ਜਾਂਦੀਆਂ, ਉਹ ਘੜੇ ਦੇ ਵਿੱਚ ਹੱਥ ਪਾ ਲੈਂਦਾ, ਉੱਥੇ ਮੁੱਠ ਭਰ ਲੈਂਦਾ। ਜਦੋਂ ਮੁੱਠੀ ਭਰ ਲੈਂਦਾ, ਘੜੇ ਦਾ ਮੂੰਹ ਟਾਈਟ ਹੁੰਦਾ, ਮੁੱਠੀ ਉਹ ਛੱਡਦਾ ਨਹੀਂ ਕਿਉਂਕਿ ਲਾਲਚ ਪਿਆ, ਉਹਨੂੰ ਪਤਾ ਜੇ ਛੱਡਤੀ ਤਾਂ ਖਿੱਲਾਂ ਡਿੱਗ ਜਾਣਗੀਆਂ, ਮੁੱਠੀ ਛੱਡਦਾ ਨਹੀਂ। ਐਨੇ ਨੂੰ ਉੱਪਰੋਂ ਉਹ ਮਦਾਰੀ ਆ ਜਾਂਦੇ, ਬੋਰੀ 'ਚ ਕਾਬੂ ਕਰ ਲੈਂਦੇ ਨੇ ਤੇ ਘੜੇ ਨੂੰ ਤੋੜ ਕੇ ਕੱਢ ਲੈਂਦੇ ਨੇ। ਉਹ ਕਿਉਂ ਹੈ? ਮੁੱਠੀ ਛੱਡੀ ਨਹੀਂ, ਲਾਲਚ ਨਹੀਂ ਛੱਡਿਆ। ਸੋ ਇਸੇ ਤਰ੍ਹਾਂ ਸਾਡਾ ਕੰਮ ਹੈ, ਅਸੀਂ ਲਾਲਚ ਨਹੀਂ ਛੱਡਦੇ। ਜਿੰਨਾ ਚਿਰ ਅਸੀਂ ਲਾਲਚ ਨਹੀਂ ਛੱਡਦੇ, ਅਸੀਂ ਅੱਗੇ ਦੀ ਅੱਗੇ ਹੋਰ ਧਨ ਦੌਲਤ ਇਕੱਠੀ ਕਰੀ ਜਾਂਦੇ, ਭੁੱਲ ਜਾਂਦੇ ਆ ਵੀ ਇਹ ਧਨ ਦੌਲਤ ਨਾਲ ਨਹੀਂ ਕਿਤੇ ਜਾਣੀ, ਇਹ ਇੱਥੇ ਹੀ ਰਹਿ ਜਾਣੀ ਹੈ। ਇਸ ਕਰਕੇ ਜਿਹੜੀ ਸਾਡੀ ਇਹ ਲਾਲਚ ਦੀ ਬਿਮਾਰੀ ਹੈ ਨਾ, ਜਿਹਦੇ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਜ਼ਿੰਦਗੀ ਦੀ ਹਕੀਕਤ ਸਮਝਣ ਦੀ ਸਾਨੂੰ ਉਹਦੇ ਵਿੱਚ ਕਮੀ ਆਉਂਦੀ ਹੈ। ਜੇ ਅਸੀਂ ਉਹਨੂੰ ਛੱਡ ਦਈਏ, ਲਾਲਚ ਨੂੰ ਛੱਡ ਦਈਏ, ਫਿਰ ਅਸੀਂ ਜ਼ਿੰਦਗੀ ਨੂੰ ਸਮਝੀਏ ਮੌਤ ਤਾਂ ਆਉਣਾ ਹੀ ਆਉਣੀ ਹੈ। ਤੇ ਜੇ ਮੌਤ ਆਉਣੀ ਹੈ ਤਾਂ ਫਿਰ ਅਸੀਂ ਇਹ ਲਾਲਚ ਇੰਨਾ ਕਿਉਂ ਕਰੀ, ਜਿੰਨੀ ਜ਼ਰੂਰਤ ਉਨੀ ਲੈ ਲਈਏ। ਫਿਰ ਗੁੱਸਾ, ਸਾਡੇ 'ਚ ਗੁੱਸਾ ਵੀ ਬੜਾ ਭਰਿਆ ਹੋਇਆ। ਕਿਸੇ ਨੇ, ਮੈਂ ਕੱਲ ਪੜ੍ਹ ਰਿਹਾ ਸੀਗਾ, ਬੈਲਜੀਅਮ ਦੇ ਸਾਇੰਟਿਸਟ ਨੇ, ਉਹਨਾਂ ਨੇ ਰਿਸਰਚ ਕੀਤੀ ਹੈ ਵੀ ਸਾਨੂੰ ਗੁੱਸਾ ਕਿਉਂ ਆਉਂਦਾ, ਛੇਤੀ ਗੁੱਸਾ ਆਦਮੀ ਨੂੰ ਕਿਉਂ ਆਉਂਦਾ। ਉਹਨਾਂ ਨੇ ਕੋਕੇ ਕੋਲੇ ਦੀ ਐਗਜ਼ਾਮਪਲ ਦਿੱਤੀ। ਕੋਕ, ਸਪਰਾਈਟ ਕਹਿ ਲਓ, ਕੋਕ ਕਹਿ ਲਓ। ਉਹ ਕਹਿੰਦੇ ਜਿਵੇਂ ਹੁਣ ਆ ਮੇਰੇ ਕੋਲ ਪਾਣੀ ਦੀ ਬੋਤਲ ਹੈ ਨਾ, ਪਾਣੀ ਦੀ ਬੋਤਲ ਨੂੰ ਜਿੰਨਾ ਮਰਜ਼ੀ ਮੈਂ ਹਲਾਈ ਚੱਲਾਂ, ਜਦੋਂ ਇਹਨੂੰ ਖੋਲੂੰਗਾ ਇਹਦੇ ਕੋਈ ਗੈਸ ਬਾਹਰ ਨਹੀਂ ਨਿਕਲਦੀ। ਤੁਸੀਂ ਕੋਕੇ ਕੋਲੇ ਦੀ ਬੋਤਲ ਜਿਹੜੇ ਵੀ ਸੁਣ ਰਹੇ ਨੇ ਮੇਰੇ, ਉਹਨੂੰ ਮਾੜਾ ਜਿਹਾ ਹਿਲਾਓ ਤੇ ਢੱਕਣ ਖੋਲ ਕੇ ਪਟਕ ਦੇ ਨੇ ਬਾਹਰ ਨਿਕਲੂਗੀ। ਸੋ ਉਹ ਜੋ ਪ੍ਰੈਸ਼ਰ ਨਾਲ ਬਾਹਰ ਨਿਕਲਦੀ, ਇਸੇ ਤਰ੍ਹਾਂ ਜਦੋਂ ਕੋਕ ਸਾਡੇ ਅੰਦਰ ਜਾਂਦਾ, ਉਹਨੇ ਸਾਇੰਟਿਸਟ ਨੇ ਕਿਹਾ ਚਲੋ ਕੋਕ ਛੱਡੋ, ਜਿਹੜੀ ਸ਼ਰਾਬ ਪੀਤੀ ਨੇ, ਸ਼ਰਾਰਤੀ ਪਾਣੀ ਜਦੋਂ ਪੀ ਲੈਂਦੇ ਆ, ਜਦੋਂ ਸ਼ਰਾਬ ਪਈ ਹੁੰਦੀ ਆ, ਗਿੱਦੜ ਤੋਂ ਅਸੀਂ ਸ਼ੇਰ ਬਣ ਜਾਂਦੇ ਆ, ਪੂਰੇ ਦਬਕੇ ਮਾਰਦਾ, ਫਰ ਕਰਦੇ ਆ, ਚਾਹੇ ਪੁਲਿਸ ਵਾਲੇ ਹੱਥ ਕਰ ਲੈਣ। ਸੋ ਇਸ ਕਰਕੇ ਗੁੱਸਾ ਵੀ ਸਾਨੂੰ ਆਉਂਦਾ। ਔਰ ਗੁੱਸਾ ਜਿਹੜਾ ਹੈਗਾ ਨਾ, ਇਹ ਬਹੁਤ ਖਤਰਨਾਕ ਹੈ। ਕ੍ਰੋਧ ਕੀਏ ਰਾਵਣ ਮਰਾ। ਗੁੱਸੇ 'ਚ ਆਇਆ ਸੀ ਨਾ ਰਾਵਣ, ਵੀ ਮੇਰੀ ਭੈਣ ਦਾ ਨੱਕ ਕੱਟਦਾ, ਝੂਠੀ ਗੱਲ ਨੂੰ ਪਤਾ ਲੱਗੀ ਸੀ, ਸੀਤਾ ਚੁਰਾ ਲਈ। ਦੇਖੋ ਕਿੰਨਾ ਘਮਸਾਨ ਦਾ ਯੁੱਧ ਹੋਇਆ। ਕ੍ਰੋਧ ਕੀਏ ਰਾਵਣ ਮਰਾ, ਦੁਰਯੋਧਨ ਕਾ ਨਾਸ਼। ਦੁਰਯੋਧਨ ਵੀ ਆਕੜ ਗਿਆ, ਦੁਰਯੋਧਨ ਦਾ ਵੀ ਨਾਸ਼ ਹੋਇਆ। ਰਾਜ ਗਿਓ ਦੁਰਗਤ ਮਿਲੀ, ਮਿਲਾ ਨਰਕ ਮੇ ਬਾਸ। ਸਾਰਾ ਕੁਝ ਹੀ ਤਬਾਹ ਕਰ ਲਿਆ ਆਪਣਾ, ਸਿਰਫ ਗੁੱਸੇ 'ਚ ਆ ਕੇ ਅਖੀਰ ਦੇ ਵਿੱਚ ਨਰਕਾਂ ਦੇ ਵਿੱਚ ਸੜਨਾ ਪਿਆ। ਸੋ ਇਸ ਕਰਕੇ ਕ੍ਰੋਧ ਜਿਹੜੀ ਹੈਗੀ ਸਾਡੀ ਜ਼ਿੰਦਗੀ ਦੀ, ਇਹ ਵੀ ਹਕੀਕਤ ਹੈ। ਕ੍ਰੋਧ ਤੋਂ ਬਚਣਾ ਚਾਹੀਦਾ। ਕਿ ਸਾਡੇ ਸਰੀਰ ਦੇ ਵਿੱਚ ਜੋ ਕੁਝ ਤੁਸੀਂ ਪਾਉਣੇ, ਜੈਸੇ ਖਾਵੇ ਅੰਨ ਤੈਸਾ ਹੋਵੇ ਮਨ। ਸੋ ਇਸ ਕਰਕੇ ਖਾਣ ਪੀਣ ਦਾ ਵੀ ਧਿਆਨ ਰੱਖੋ। ਇਹ ਜੇ ਅਸੀਂ ਖਾਣੇ ਪੁੱਠੀਆਂ ਸਿੱਧੀਆਂ ਚੀਜ਼ਾਂ ਨੇ, ਨਸ਼ੇ ਹੀ ਖਾਂਦੇ ਆ, ਚਿੱਟੇ ਹੀ ਪਾਊਡਰ ਪੀ ਜਾਂਦੇ ਆ, ਟੀਕੇ ਹੀ ਲਾਈ ਜਾਂਦੇ ਆ, ਤੇ ਫਿਰ ਦੇਖ ਲਓ ਸਾਡੀ ਹੈਲਥ ਕਿਹੋ ਜਿਹੀ ਹੋਊਗੀ। ਜੋ ਹੈਲਥ ਹੋਗੀ ਫਿਰ ਬਿਮਾਰੀ ਆਉਣਗੀਆਂ, ਫਿਰ ਚੀਕਾਂ ਹੀ ਮਾਰਨੀਆਂ ਸੀ ਹਸਪਤਾਲਾਂ 'ਚ ਜਾ ਕੇ। ਸੋ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਐਟੀਟਿਊਡ ਹੈ, ਦੈਟ ਇਜ਼ ਇੰਪੋਰਟੈਂਟ। ਲਾਈਫ ਦੇ ਵਿੱਚ ਐਟੀਟਿਊਡ ਨੂੰ ਸਮਝਣ ਦੀ ਲੋੜ ਹੈ। ਐਟੀਟਿਊਡ ਸਾਡਾ ਪੋਜ਼ਿਟਿਵ ਹੋਣਾ ਚਾਹੀਦਾ। ਜਦੋਂ ਅਸੀਂ ਨੈਗੇਟਿਵ ਹੁੰਦੇ ਹਾਂ, ਫਿਰ ਅਸੀਂ ਐਵੇਂ ਹੀ ਬਲੇਮ, ਸ਼ਿਕਾਇਤਾਂ ਹੀ ਕਰੀ ਜਾਂਦੇ ਹਾਂ। ਸੋਕਰੇਟ ਦੁਨੀਆ ਦਾ ਇੱਕ ਬਹੁਤ ਵੱਡਾ ਫਿਲਾਸਫਰ ਹੋਇਆ ਯੂਨਾਨ ਦੇ ਵਿੱਚ। ਜਦੋਂ ਅਸੀਂ ਮਾਸਟਰਸ ਕਰਦੇ ਸੀ MA ਫਿਲਾਸਫੀ, ਉਦੋਂ ਸਾਡੇ ਸੋਕਰੇਟਿਸ ਦੀ ਬੁੱਕ ਹੁੰਦੀ ਸੀਗੀ। ਉਹਦੀ ਬੜੀ ਪ੍ਰਸਿੱਧ ਸੇਇੰਗ ਹੈ, ਨੋ ਥਾਈ ਸੈਲਫ। ਸੋਕਰੇਟਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਸੋਕਰੇਟਿਸ ਦਾ ਕੱਦ ਛੋਟਾ ਸੀ, ਫੇਸ ਦੇ ਉੱਤੇ ਸਾਰੇ ਦਾਗ ਭਰੇ ਹੋਏ ਸੀਗੇ, ਤੇ ਨੈਣ ਨਕਸ਼ ਜਿਹੜੇ ਸੀਗੇ ਚੌੜੇ ਸੀ, ਮਤਲਬ ਅਗਲੀ ਫੇਸ ਸੀਗਾ ਉਹਦਾ। ਪਰ ਉਹਦੇ ਕੋਲੇ ਲੋਕ ਦੂਰੋਂ ਆ ਕੇ ਉਹਦੀ ਰਾਇ ਲੈਂਦੇ ਸੀ। ਇੰਟੈਲੀਜੈਂਟ ਬੜਾ ਸੀਗਾ। ਕੁਛ ਉਹਦੇ ਚੇਲੇ ਵੀ ਸੀਗੇ।
ਇੱਕ ਵਾਰ ਇੱਕ ਉਹਦੇ ਸੇਵਕ ਨੇ ਪੁੱਛਿਆ ਸੁਕਰਾਤ ਨੂੰ ਕਿ ਸੁਕਰਾਤ, ਮੈਂ ਕਈ ਦਿਨਾਂ ਤੋਂ ਸੋਚ ਰਿਹਾ, ਮੈਂ ਤੈਨੂੰ ਸਵਾਲ ਪੁੱਛਣਾ। ਉਹ ਕਹਿੰਦਾ ਪੁੱਛ। ਕਹਿੰਦਾ ਤੂੰ ਜਦੋਂ ਵੀ ਟਾਈਮ ਲੱਗਦਾ ਤੇਰੀ ਜੇਬ 'ਚ ਇੱਕ ਸ਼ੀਸ਼ਾ ਹੁੰਦਾ, ਮਿਰਰ, ਜਦੋਂ ਵੀ ਤੂੰ ਵਿਹਲਾ ਹੁੰਦਾ ਸ਼ੀਸ਼ਾ ਆਪਣਾ ਮੂੰਹ ਸ਼ੀਸ਼ੇ 'ਚ ਦੇਖਦਾ, ਕਿਉਂ? ਕਹਿੰਦਾ ਤੈਨੂੰ ਵੀ ਪਤਾ, ਮੈਨੂੰ ਵੀ ਪਤਾ, ਮਾਈਂਡ ਨਾ ਕਰੀ, ਤੇਰਾ ਮੂੰਹ ਤਾਂ ਅਗਲੀ ਹੈ, ਮੂੰਹ ਤੇ ਦਾਗ ਨੇ, ਫਿਰ ਤੂੰ ਸ਼ੀਸ਼ਾ ਕਿਉਂ ਦੇਖਦਾ? ਕਿਉਂਕਿ ਸਾਨੂੰ ਇਹ ਗੱਲ ਦਾ ਪਤਾ ਹੈ ਕਿ ਬੰਦੇ ਦਾ ਸ਼ੀਸ਼ਾ, ਜੇ ਸਾਨੂੰ ਪਤਾ ਹੋਵੇ ਨਾ ਸਾਡੇ ਚਿਹਰੇ ਤੇ ਕੋਈ ਦਾਗ ਹੈ, ਕੋਈ ਨਿਸ਼ਾਨ ਹੈ, ਸਾਨੂੰ ਗੁੱਸਾ ਆਉਂਦਾ, ਸਾਨੂੰ ਨਫ਼ਰਤ ਆਉਂਦੀ ਹੈ, ਮੇਰੇ ਚਿਹਰੇ ਤੇ ਹੈ ਵੀ ਤੇਰਾ ਤਾਂ ਚਿਹਰਾ ਖਰਾਬ ਹੈ, ਫਿਰ ਤੂੰ ਸ਼ੀਸ਼ਾ ਕਿਉਂ ਦੇਖਦਾ? ਇਹਦਾ ਮੈਨੂੰ ਕਾਰਨ ਦੱਸ। ਉਹ ਕਹਿੰਦਾ ਕਾਰਨ ਇਹਦਾ ਇਹ ਹੈ, ਜਦੋਂ ਮੈਂ ਸ਼ੀਸ਼ਾ ਦੇਖਦਾ ਨਾ ਤਾਂ ਮੈਂ ਕਹਿਣਾ ਵੀ ਹੇ ਮਨਾ, ਦੇਖ ਤੇਰਾ ਚਿਹਰਾ ਕਿੰਨਾ ਬਦਸੂਰਤ ਹੈ, ਭਾਵੇਂ ਤੇਰਾ ਚਿਹਰਾ ਬਦਸੂਰਤ ਹੈ ਪਰ ਤੂੰ ਕਰਨੀ ਆਪਣੇ ਕੰਮ ਇੰਨੇ ਵਧੀਆ ਕਰੀ ਕਿ ਲੋਕ ਤੇਰੇ ਚਿਹਰੇ ਕਰਕੇ ਤੈਨੂੰ ਯਾਦ ਨਾ ਕਰਨ, ਸਗੋਂ ਤੇਰੇ ਕੰਮਾਂ ਕਰਕੇ ਤੈਨੂੰ ਯਾਦ ਕਰਨ। ਸੋ ਕਰਨੀ ਆਪਣੀ ਉੱਚੀ ਕਰਨ ਦੀ ਲੋੜ ਹੈ। ਫਿਰ ਉਹਨੂੰ ਨਾਲ ਹੀ ਸਵਾਲ ਸੋਕਰੇਟਿਸ ਨੇ ਕਰਤਾ, ਕਹਿੰਦਾ ਫਿਰ ਇਹਦਾ ਮਤਲਬ ਹੈ ਵੀ ਜਿਹੜੇ ਸੋਹਣੇ ਬੰਦੇ ਨੇ ਉਹਨਾਂ ਨੂੰ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ? ਉਹ ਕਿਉਂ ਦੇਖਦੇ ਨੇ? ਉਹਨਾਂ ਨੂੰ ਕਿਉਂ ਦੇਖਦੇ ਨੇ? ਫਿਰ ਕਹਿੰਦਾ ਜਿਹੜੇ ਸੋਹਣੇ ਬੰਦੇ ਸ਼ੀਸ਼ਾ ਦੇਖਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ। ਜਦੋਂ ਸੋਹਣੇ ਬੰਦੇ ਜਿਨ੍ਹਾਂ ਦਾ ਫੇਸ ਬਿਊਟੀਫੁਲ ਹੈ, ਉਹ ਜਦੋਂ ਸ਼ੀਸ਼ਾ ਦੇਖਣ ਤਾਂ ਉਹ ਕਹਿਣ, ਸੋਚਣ ਕਿ ਹੇ ਮਨਾ, ਪਰਮਾਤਮਾ ਨੇ ਮੈਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ, ਕਿੰਨਾ ਸੋਹਣਾ ਫੇਸ ਦਿੱਤਾ ਹੈ। ਜੇ ਉਹਨੇ ਮੈਨੂੰ ਸੋਹਣਾ ਸਰੀਰ ਦਿੱਤਾ, ਸੋਹਣਾ ਫੇਸ ਦਿੱਤਾ, ਹੁਣ ਮੇਰਾ ਫਰਜ਼ ਬਣਦਾ ਕਿ ਮੈਂ ਇੰਨੇ ਸੋਹਣੇ ਕੰਮ ਵੀ ਕਰਾਂ ਤਾਂ ਕਿ ਲੋਕ ਮੇਰੇ ਫੇਸ ਦੇ ਨਾਲ ਨਾਲ ਮੇਰੇ ਕੰਮਾਂ ਨੂੰ ਵੀ ਯਾਦ ਕਰਨ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਨੂੰ ਆਪਣੇ ਕੰਮਾਂ ਨੂੰ, ਜੋ ਸਾਡੇ ਅੰਦਰ ਹੈ ਗੁਣ ਹੈ, ਉਹਨਾਂ ਨੂੰ ਉੱਪਰ ਲਿਜਾਣਾ ਚਾਹੀਦਾ ਹੈ। ਮਹਾਤਮਾ ਗਾਂਧੀ ਦਾ ਕੱਦ ਬੜਾ ਛੋਟਾ ਸੀਗਾ, ਮਹਾਤਮਾ ਗਾਂਧੀ ਦਾ ਕੱਦ ਛੋਟਾ ਸੀਗਾ, ਪਰ ਉਹਨੇ ਆਪਣੀ ਜਿਹੜੇ ਅੰਦਰਲੇ ਵਿਚਾਰ ਸੀਗੇ ਉਹਨੂੰ ਇੰਨਾ ਉੱਚਾ ਕਰ ਲਿਆ ਕਿ ਦੇਖ ਲਓ ਦੁਨੀਆ ਦੇ ਵਿੱਚ ਅੱਜ ਬਹੁਤ ਦੇਸ਼ਾਂ ਦੇ ਵਿੱਚ ਉਹਦੇ ਬੁੱਤ ਲੱਗੇ ਨੇ ਤੇ ਲੋਕ ਸ਼ਰਧਾ ਦੇ ਫੁੱਲ ਉਹਨੂੰ ਭੇਂਟ ਕਰਦੇ ਨੇ। ਕਿਉਂਕਿ ਇਹ ਗੱਲ ਸੱਚਾਈ ਹੈ। ਕਰੋ ਆਪਣੀ ਜਿਹੜੀ ਸੋਚ ਹੈ ਨਾ ਉਹਨੂੰ ਬਦਲ ਲਓ। ਜਦੋਂ ਤੁਸੀਂ ਸੋਚ ਨੂੰ ਬਦਲ ਲੈਂਦੇ ਹੋ ਨਾ, ਜਦੋਂ ਨੀਚੀ ਸੋਚ ਹੈ, ਘਟੀਆ ਸੋਚ ਹੈ, ਕ੍ਰਿਟੀਸਾਈਜ਼ ਕਰੀ ਜਾਣਾ, ਦੂਜਿਆਂ ਨੂੰ ਦੇਖ ਕੇ ਜੈਲਸੀ ਕਰੀ ਜਾਣਾ, ਗਾਲੀ ਗਲੋਚ ਹੋਈ ਜਾਣਾ, ਨਫ਼ਰਤ ਕਰੀ ਜਾਣਾ, ਇਹ ਜਿਹੜੀਆਂ ਘਟੀਆ ਸੋਚ ਹੈ ਇਹਦੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਜਦੋਂ ਸਾਡੀ ਸੋਚ ਵਧੀਆ ਹੋ ਜਾਂਦੀ ਹੈ, ਰੰਗ ਜਿਹੋ ਜਿਹਾ ਮਰਜ਼ੀ ਹੋਵੇ, ਕੱਦ ਜਿਹੋ ਜਿਹਾ ਮਰਜ਼ੀ ਹੋਵੇ, ਨੈਣਕ ਜਿਹੋ ਜਿਹਾ ਮਰਜ਼ੀ ਹੋਣ, ਸ਼ਕਲ ਜਿਹੋ ਜਿਹੀ ਮਰਜ਼ੀ ਹੋਵੇ, ਜੇ ਸਾਡੀ ਸੋਚ ਅੰਦਰੋਂ ਉੱਚੀ ਹੈ ਨਾ, ਸਾਡੀ ਸੋਚ ਉੱਚੀ ਕਰ ਲੈਣੇ ਆ ਤਾਂ ਸਾਨੂੰ ਪਰਮਾਤਮਾ ਮਿਲ ਜਾਂਦਾ ਹੈ। ਪਰ ਜੇ ਸਾਡੀ ਸੋਚ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਹੈ, ਜਦੋਂ ਅਸੀਂ ਡਿੱਗ ਪੈਂਦੇ ਹਾਂ, ਡਿੱਗ ਕੇ ਫਿਰ ਸਮਝ ਜਾਂਦੇ ਹਾਂ, ਫਿਰ ਟਰਾਈ ਕਰਦੇ ਹਾਂ, ਫਿਰ ਕਰਦੇ ਹਾਂ, ਉਹਦੇ ਨਾਲ ਅਸੀਂ ਆਪਣੀ ਮੰਜ਼ਿਲ ਨੂੰ ਪਾ ਲੈਂਦੇ ਹਾਂ। ਤੇ ਇਸੇ ਤਰ੍ਹਾਂ ਜਦੋਂ ਅਸੀਂ ਆਪਣੀ ਸੋਚ ਨੂੰ ਹੌਲੀ ਹੌਲੀ ਉੱਚੀ ਕਰ ਲੈਣੇ ਤਾਂ ਉਹਦੇ ਨੂੰ ਅਸੀਂ ਭਗਵਾਨ ਪਾ ਲੈਂਦੇ ਹਾਂ। ਜਿਵੇਂ ਕਿ ਕਿਹਾ ਜਾਂਦਾ ਹੈ, ਅਗਰ इंसान गिरकर संभल जाए उसे खुशियों का जहान मिलता है। ਤੁਹਾਨੂੰ ਪਤਾ ਜਿਹੜੀ ਬਲਬ ਦੀ ਖੋਜ ਕੀਤੀ ਸੀ 1100 ਵਾਰੀ ਇਹ ਫੇਲ ਹੋਇਆ ਸੀ ਸਾਇੰਟਿਸਟ, ਅਖੀਰ ਦੇ ਵਿੱਚ ਦੇਖ ਲਓ दुनिया ਦੇ ਵਿੱਚ जय जयकार होगी। अगर इंसान गिरकर संभल जाए उसे खुशियों का जहान मिलता है और जो गिरी सोच को उठा ले उसे भगवान मिलता है। ਜਿਹੜਾ ਅੰਦਰ ਪਰਫੈਕਟ ਹੋ ਜਾਏ, ਚੰਗੀ ਸੋਚ ਕਰੇ ਕਿ ਪਰਮਾਤਮਾ ਦੀ ਅੰਸ਼ਾ, ਮੈਂ ਕਿਸੇ ਬਾਰੇ ਮਾੜਾ ਨਹੀਂ ਕਰਨਾ, ਦਿਲੋਂ ਮਾੜਾ ਨਹੀਂ ਕਰਨਾ। ਇਹ ਨਹੀਂ ਇਕੱਲੇ ਉੱਪਰੋਂ ਬਹੁਤ ਜੀ ਸੋਚਦਾ, ਬੜੇ ਲਿਆਕਤ ਵਾਲੇ ਹੋ, ਬੜੇ ਸਮਝਦਾਰ ਹੋ, ਮੈਂ ਬੜੇ ਪੜ੍ਹੇ ਲਿਖਿਆਂ ਦਾ ਵਿਦਵਾਨਾਂ ਦੀ ਇੱਜ਼ਤ ਮਾਨ ਕਰਦਾ, ਫਲਾਣਾ ਕਰਦਾ, ऊपरों बगल में राम राम, ऊपर मुंह में बगल में राम राम, चलो मुंह में छुरी या समथिंग, मुंह में राम राम बगल में छुरी, ऊपरों जाके हथ जोड़ी जाने, मत्थे टेकी जाने, कुछ नहीं फायदा। ਜ਼ਿੰਦਗੀ ਦੀ ਹਕੀਕਤ ਨੂੰ ਸਮਝੋ। ਜਦੋਂ ਵੀ ਤੁਸੀਂ ਫਾਇਦਾ ਲੈਣਾ ਉਦੋਂ ਘਰੇ ਬਹਿ ਕੇ ਮਿਹਨਤ ਕਰਕੇ ਹੋਊਗਾ, ਭੱਜ ਨੱਠ ਕਰਕੇ ਜਿੰਨੀ ਮਰਜ਼ੀ ਕਰ ਲਓ। ਉਹ ਸੋਸ਼ਲਾਈਜ਼ਿੰਗ ਹੁੰਦੀ ਹੈ, ਸੋਸ਼ਲਾਈਜ਼ਿੰਗ ਵੀ ਅੱਜ ਕੱਲ੍ਹ ਸੱਚੀ ਨਹੀਂ। ਦੇਖ ਲਓ ਇੱਕੋ ਗਰੁੱਪ ਦੇ ਵਿੱਚ ਇੱਕੋ ਗੁਰੂ ਨੂੰ ਮੰਨਣ ਵਾਲੇ, ਇੱਕੋ ਸੰਤ ਨੂੰ ਮੰਨਣ ਵਾਲੇ, ਇੱਕੋ ਮੰਦਿਰ ਨੂੰ ਮੰਨਣ ਵਾਲੇ, ਗੁਰਦੁਆਰੇ 'ਚ ਮੰਨਣ ਵਾਲੇ, ਉਹ ਵੀ ਕਿੰਨਾ ਕੁ ਪਿਆਰ ਕਰਦੇ ਨੇ, ਉਹ ਵੀ ਦਿਲੋਂ ਨਫ਼ਰਤ ਕਰਦੇ ਨੇ। ਪਰ ਜਿਹੜਾ ਬੰਦਾ ਪਰਮਾਤਮਾ ਨੂੰ ਅੰਦਰੋਂ ਪ੍ਰਗਟ ਕਰ ਲੈਂਦਾ, ਪਰਮਾਤਮਾ ਨੂੰ ਅੰਦਰੋਂ ਪਿਆਰ ਕਰਦਾ, ਉਹ ਕਿਸੇ ਨਾਲ ਨਫ਼ਰਤ ਕਰ ਹੀ ਨਹੀਂ ਸਕਦਾ। ਇਸੇ ਤਰ੍ਹਾਂ ਹੀ ਸਾਨੂੰ ਜਿਹੜੀ ਹੈਗੀ ਉਹ ਲੜਾਈ ਝਗੜਿਆਂ ਤੋਂ ਬਚਣਾ ਚਾਹੀਦਾ। ਅਸੀਂ ਐਵੇਂ ਛੋਟੀਆਂ ਗੱਲਾਂ ਤੋਂ ਲੜੀ ਜਾਂਦੇ ਹਾਂ, ਛੋਟੀਆਂ ਗੱਲਾਂ ਤੋਂ ਲੜੀ ਜਾਂਦੇ ਹਾਂ, ਤੇ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਸਾਡੀ ਲੜਾਈ ਦਾ ਫਾਇਦਾ ਲੈ ਲੈਂਦੇ ਨੇ। ਜਿਵੇਂ ਮੈਂ ਬਾਂਦਰ ਦੀ ਫੇਰ ਐਗਜ਼ਾਮਪਲ ਦੇ ਦਿੰਦਾ। ਬਾਂਦਰ ਸੀਗਾ ਟਰੀ ਦੇ ਉੱਤੇ ਬੈਠਾ, ਦੋ ਬਿੱਲੀਆਂ ਕਿਸੇ ਦੇ ਘਰੋਂ ਜਾ ਕੇ ਇੱਕ ਰੋਟੀ ਚੱਕ ਲਿਆਈਆਂ। ਜਦੋਂ ਚੱਕ ਲਈ ਦੋਨੇ ਭੁੱਖੀਆਂ ਸੀ, ਲੜ ਪਈਆਂ। ਉਹ ਕਹਿੰਦੀ ਮੈਂ ਖਾਣੀ ਆ, ਉਹ ਕਹਿੰਦੀ ਮੈਂ ਖਾਣੀ ਆ। ਜਦੋਂ ਲੜ ਪਈਆਂ, ਉੱਪਰ ਬਾਂਦਰ ਦੇਖਦਾ ਸੀ, ਸਿੰਬੋਲਿਕ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਬਾਂਦਰ ਨੇ ਮਾਰੀ ਛਾਲ ਤੇ ਬਿੱਲੀਆਂ ਨੂੰ ਕਹਿੰਦਾ ਵੀ ਤੁਸੀਂ ਲੜਦੀਆਂ ਕਿਉਂ ਆ? ਉਹ ਕਹਿੰਦੀ ਅਸੀਂ ਰੋਟੀ ਚੱਕ ਕੇ ਲਿਆਏ ਆ, ਉਹ ਵੀ ਮੈਨੂੰ ਭੁੱਖ ਲੱਗੀ ਹੈ। ਇਹ ਕਹਿੰਦੀ ਮੈਨੂੰ ਭੁੱਖ ਲੱਗੀ ਹੈ। ਹੁਣ ਕੀ ਕਹਿੰਦੇ ਲੜਦੇ ਕਿਉਂ ਆ? ਇਹਦਾ ਬੜਾ ਸਿੱਧਾ ਜਿਹਾ ਕੋਈ ਚਲਾਕ ਸੀਗਾ, ਕਹਿੰਦਾ ਅੱਧੀ ਕਰ ਲਓ। ਕਹਿੰਦੇ ਸਾਨੂੰ ਕਰਨੀ ਨਹੀਂ ਆਉਂਦੀ। ਕਹਿ ਲਿਆ ਮੈਂ ਕਰਦਾ ਨਾ। ਬਾਂਦਰ ਕਿਉਂਕਿ ਚਲਾਕ ਸੀਗਾ,
ਉਹਨੇ ਪੂਰੀ ਅੱਧੀ ਅੱਧੀ ਨਹੀਂ ਕੀਤੀ, ਇੱਕ ਵੱਡੀ ਕਰਤੀ ਇੱਕ ਛੋਟੀ ਕਰਤੀ। ਤੇ ਉਹ ਜਦੋਂ ਰੱਖੀ ਜਿਹਦੇ ਕੰਨੀ ਛੋਟੀ ਸੀਗੀ ਉਹ ਕਹਿੰਦੀ ਇਹ ਤਾਂ ਬਾਂਦਰ ਠੀਕ ਨਹੀਂ ਆ, ਉਹਦੇ ਕੋਲ ਤਾਂ ਵੱਡਾ ਹਿੱਸਾ, ਮੇਰੇ ਕੋਲ ਤਾਂ ਛੋਟੀ ਜਿਹੀ। ਉਹ ਕਹਿੰਦਾ ਕੋਈ ਨਹੀਂ ਘਬਰਾਣਾ, ਮੈਂ ਠੀਕ ਕਰਦਾ। ਉਹ ਵੱਡੀ ਬੋਡੀ ਅੱਧੀ ਰੋਟੀ ਚੱਕੀ ਤੇ ਮੂੰਹ ਨਾਲ ਪਾੜ ਕੇ ਅੱਧੀ ਖਾ ਲਈ ਤੇ ਉਹ ਹੋਰ ਥੋੜੀ ਛੋਟੀ ਕਰਤੀ। ਤੇ ਜਦੋਂ ਉਹਦੇ ਕੋਲ ਛੋਟੀ ਹੋਈ ਕਹਿੰਦਾ ਲਓ ਖਾ ਲਓ। ਉਹ ਛੋਟੀ ਵਾਲੀ ਕਹਿੰਦੀ ਹੁਣ ਤਾਂ ਮੇਰੀ ਜ਼ਿਆਦਾ ਛੋਟੀ ਹੋ ਗਈ, ਉਹਦੀ ਵੱਡੀ ਹੈ। ਕਹਿੰਦੇ ਚੁੱਪ ਬੋਲ ਨਾ। ਉਹਨੇ ਉਹਦੀ ਚੱਕੀ, ਉਹ ਖਾ ਗਈ, ਸਾਰੀ ਰੋਟੀ ਖਾ ਗਿਆ। ਤੇ ਫਿਰ ਉਹ ਕੀ ਕਹਿੰਦਾ, ਕਹਿੰਦਾ ਤੁਸੀਂ ਲੜਨ ਦੀ ਕੀ ਲੋੜ ਹੈ, ਮੈਂ ਗੱਲ ਹੀ ਤੁਹਾਡੀ ਮਸਲਾ ਕਰਦੀ, ਰੋਟੀ ਪਿੱਛੇ ਲੜਦੇ, ਲੜੋ ਨਾ ਹੁਣ ਤੁਸੀਂ, ਰੋਟੀ ਤਾਂ ਮੇਰੇ ਢਿੱਡ 'ਚ ਗਈ। ਸੋ ਚਲਾਕ ਲੋਕਾਂ ਤੋਂ ਵੀ ਬਚੋ ਤੇ ਆਪਣੀ ਲੜਾਈ ਝਗੜੇ ਤੋਂ ਵੀ ਬਚੋ। ਇਹ ਲੜਾਈਆਂ ਝਗੜੇ ਫੋਕੀਆਂ ਬਣਾਈਆਂ ਨਾ ਛੋਟੇ ਛੋਟੇ ਗੱਲਾਂ ਦੇ, ਪ੍ਰੈਸਟੀਜ ਕੁਐਸਚਨ ਰੇਜ਼ ਕਰਦੇ ਨਫ਼ਰਤਾਂ ਦੇ, ਉਹ ਤੁਸੀਂ ਲੜਾਈ ਝਗੜੇ ਛਡਾ ਕੇ ਸਗੋਂ ਉਸ ਪਰਮਾਤਮਾ ਨੂੰ ਅੰਦਰੋਂ ਮਿਹਨਤ ਕਰੋ, ਪਾਠ ਕਰੋ 2 ਘੰਟਾ ਸਵੇਰੇ ਉੱਠ ਕੇ। ਜੇ ਕਹਿੰਦੇ ਨਾ ਸੁਬਾਹ ਸਵੇਰੇ ਜੋ ਵੀ ਉੱਠ ਰਹੇ ਭਾਗ ਜਾਗਦੇ ਉਹਦੇ, ਸਵੇਰੇ ਉੱਠਦੇ ਹੋ ਤੁਹਾਡੀ ਕਿਸਮਤ ਖੁੱਲ ਜਾਂਦੀ ਹੈ। ਜਦੋਂ ਅਸੀਂ ਉੱਠਦੇ ਹੀ ਨਹੀਂ, ਸਵੇਰੇ ਉੱਠ ਕੇ ਸੈੱਲਫੋਨ ਦੇ ਹੀ ਨੰਬਰ ਘੁਮਾਈ ਜਾਂਦੇ ਹਾਂ, ਅਖਬਾਰ ਹੀ ਦੇਖੀ ਜਾਂਦੇ ਹਾਂ, ਟੈਲੀਫੋਨ ਦੀਆਂ ਘੰਟੀਆਂ ਵਜਾਈ ਜਾਂਦੇ ਹਾਂ ਵੀ ਕਿਹਦਾ ਮੈਸੇਜ ਆ ਗਿਆ, ਕੀ ਆ ਗਿਆ, ਚਾਹ ਪੀ ਲਈ, ਹੋਰ ਖਾ ਲਿਆ, ਗੱਪਾਂ ਮਾਰਨ ਲੱਗੇ, ਮੂਵੀ ਦੇਖ ਲਓ, 4 ਘੰਟੇ ਨੀਂਦ ਉੱਡ ਜਾਂਦੀ ਆ, ਕੋਈ ਨਹੀਂ ਆਉਂਦੀ। ਤੇ ਜਦੋਂ ਪਾਠ ਕਰੋ ਉਹਦੀ ਝੁੱਟਾਂ ਕਰਕੇ ਝੁੱਟੇ ਪਈ ਜਾਂਦੇ ਨੇ, ਕਿਉਂਕਿ ਡਰ ਹੀ ਨਹੀਂ ਹੈ, ਪਿਆਰ ਹੀ ਨਹੀਂ ਹੈ ਸੱਚਾ। ਸੋ ਜਦੋਂ ਸੱਚਾ ਪਿਆਰ ਕਰਾਂਗੇ ਤੇ ਫਿਰ ਸਾਨੂੰ ਜਿਹੜੀ ਹੈਗੀ ਉਹ ਲੜਾਈ ਝਗੜਿਆਂ ਤੋਂ ਵੀ ਅਸੀਂ ਬਚ ਜਾਂਦੇ। ਇਸ ਕਰਕੇ ਸਾਡੀ ਜ਼ਿੰਦਗੀ ਦੀ ਸੱਚਾਈਆਂ ਅਸੀਂ ਲੜਾਈ ਝਗੜੇ ਹਾਂ। ਫਿਰ ਦੇਖ ਲਓ ਸਾਨੂੰ ਮੌਤ ਯਾਦ ਹੈ, ਕੋਈ ਕਿਸੇ ਨੂੰ ਮੌਤ ਯਾਦ ਨਹੀਂ। ਜੇ ਮੌਤ ਯਾਦ ਹੋਵੇ ਨਾ, ਜੇ ਮੌਤ ਸਾਨੂੰ ਯਾਦ ਹੋਵੇ ਤਾਂ ਫਿਰ ਸਾਨੂੰ ਰੱਬ ਵੀ ਯਾਦ ਆਉਂਦਾ। ਜਿਹਦੇ ਬੰਦਿਆਂ ਨੂੰ ਮੌਤ ਨਹੀਂ ਨਾ ਯਾਦ, ਉਹਨੂੰ ਰੱਬ ਵੀ ਨਹੀਂ ਯਾਦ ਆਉਂਦਾ। ਜਦੋਂ ਮੌਤ ਜਾਵੇ, ਮੌਤ ਪਤਾ ਨਹੀਂ ਅੱਜ ਆ ਜਾਣੀ ਹੈ, ਕੱਲ੍ਹ ਨੂੰ ਆ ਜਾਣੀ ਹੈ, ਹੁਣ ਆ ਜਾਣੀ ਆਦਮ ਕਿ ਸਾਹ ਆ ਗਿਆ ਤਾਂ ਮੈਂ ਚੱਲ ਰਿਹਾ, ਨਹੀਂ ਤਾਂ ਖਤਮ। ਤੇ ਫਿਰ ਉਹ ਰੱਬ ਨੂੰ ਵੀ ਯਾਦ ਕਰਦਾ। ਔਰ ਜਿਹਨੂੰ ਰੱਬ ਯਾਦ ਹੋਵੇ ਨਾ, ਉਹ ਫਿਰ ਗੁਨਾਹ ਨਹੀਂ ਕਰਦਾ, ਲੜਾਈ ਝਗੜੇ ਨਹੀਂ ਕਰਦਾ, ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਦਾ। ਕਿਉਂ? ਕਿਉਂਕਿ ਉਹਨੂੰ ਵਿਸ਼ਵਾਸ ਹੈ ਕਿ ਰੱਬ ਹੈਗਾ। ਜੇ ਅਸੀਂ ਜਮ੍ਹਾਂ ਖਰਚੀ ਰੱਬ ਨੂੰ ਮੰਨੀ ਜਾਂਦੇ ਹਾਂ, ਐਵੇਂ ਕਹੀ ਜਾਂਦੇ ਹਾਂ ਫਲਾਣਾ ਰੱਬ ਹੈ, ਫਲਾਣਾ ਰੱਬ ਹੈ, ਉਹ ਰੱਬ ਨੂੰ ਮੰਨਣ ਵਾਲੇ ਜਿਹੜੇ ਉਹਦੇ ਵੱਡੇ ਚੌਧਰੀ ਨੇ, ਉਹ ਵੀ ਹੇਰਾ ਫੇਰੀਆਂ ਕਰੀ ਜਾਂਦੀਆਂ, ਨਫ਼ਰਤ ਕਰੀ ਜਾਂਦੇ ਇੱਕ ਦੂਜੇ ਦੇ ਵਿੱਚ। ਤੇ ਉਹ ਨਾ ਉਹਨਾਂ ਨੇ ਰੱਬ ਲੱਭਿਆ, ਨਾ ਰੱਬ ਹੈ ਹੀ। ਸੋ ਜਿਹੜੇ ਬੰਦੇ ਰੱਬ ਨੂੰ ਨਫ਼ਰਤ ਭੁਲਾ ਆਉਂਦੇ ਨੇ, ਲੜਾਈ ਝਗੜੇ ਛੱਡ ਜਾਂਦੇ ਨੇ, ਪਿਆਰ ਕਰਨਾ, ਜਿਹਨੂੰ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ, ਜਿਹੜਾ ਸਾਰੇ ਜਦੋਂ ਮਿਹਨਤ ਕਰਾਂਗੇ ਨਾ ਫਿਰ ਪਿਆਰ ਪੈਦਾ ਹੁੰਦਾ। ਫਿਰ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਸਗੋਂ ਅੰਦਰੋਂ ਖੁਸ਼ ਹੁੰਦਾ ਵੀ ਇਹ ਜੋ ਮਰਜ਼ੀ ਕਰੀਏ, ਇਹਨਾਂ ਨੂੰ ਸਮਝ ਹੀ ਨਹੀਂ ਵਿਚਾਰਿਆਂ ਨੂੰ। ਜਿਹੜੀ ਸਮਝ ਮੈਨੂੰ ਆ ਗਈ, ਜਿਹਨੂੰ ਬੰਦੇ ਨੂੰ ਪਰਮਾਤਮਾ ਦਾ ਗਿਆਨ ਹੋ ਗਿਆ, ਜਿਹਨੇ ਮਿਹਨਤ ਕੀਤੀ, ਪੜਦਾ ਆਪਣਾ ਖੋਲ ਲਿਆ, ਉਹ ਗੂੰਗੇ ਦੇ ਗੁੜ ਦੀ ਤਰ੍ਹਾਂ, ਉਹਨੂੰ ਦੂਜਿਆਂ ਦਾ ਫਿਕਰ ਨਹੀਂ ਵੀ ਉੱਥੇ 500 ਬੰਦੇ ਦਾ ਇਕੱਠ ਹੈ, 1000 ਦਾ, ਰੋਟੀਆਂ ਕੌਣ ਲੈ ਜਾਂਦਾ ਕੌਣ ਨਹੀਂ ਲਿਆਂਦਾ, ਉਹ ਆਪਣੇ ਘਰੇ ਬੈਠਾ ਆਪਣਾ ਇੰਜੋਏ ਕਰ ਰਿਹਾ। ਸੋ ਉਸ ਕਰਕੇ ਉਹਨੂੰ ਪਤਾ ਹੈ ਕਿ ਉਹ ਜਿਹੜੀ ਹੈਗਾ ਨਾ, ਤੁਸੀਂ ਆਪਾਂ ਫਿਊਨਰਲ ਹੋਮ 'ਚ ਜਾਂਦੇ ਹਾਂ, ਦੇਖੋ ਫਿਊਨਰਲ ਹੋਮ 'ਚ ਜਾ ਕੇ ਉੱਥੇ ਡੈੱਡ ਬੋਡੀ ਪਈ ਹੁੰਦੀ ਹੈ, ਆਪਾਂ ਸਾਰੇ ਜਾ ਕੇ ਆਏ ਫਿਊਨਰਲ ਹੋਮ 'ਚ। ਉਹ ਇੱਕ ਸਿਰਫ ਫਾਰਮੈਲਿਟੀ ਆ ਕਿ ਮੇਰੇ ਮਾਸੜ ਮਰ ਗਿਆ, ਮੇਰੀ ਚਾਚੀ ਮਰ ਗਈ, ਮੇਰੀ ਭਾਬੀ ਮਰ ਗਈ, ਮੇਰਾ ਫੂਫਾ ਮਰ ਗਿਆ, ਮੇਰਾ ਦੋਸਤ ਮਰ ਗਿਆ, ਮੇਰੇ ਦੋਸਤ ਦਾ ਦੋਸਤ ਮਰ ਗਿਆ। ਉੱਥੇ ਜਾਂਦੇ ਹਾਂ, ਹਕੀਕਤ ਕੀ ਹੈ, ਫੁੱਲ ਅਸੀਂ ਉਹ ਫਾਰਮੈਲਿਟੀ ਫੁੱਲ ਲਾ ਕੇ ਡੈੱਡ ਬੋਡੀ ਤੇ ਆ ਜਾਂਦੇ ਹਾਂ। ਤੇ ਨਾਲ ਹੀ ਸਾਨੂੰ ਫਿੱਕ ਪਿਆ ਹੁੰਦਾ ਵੀ ਹਾਲੇ ਤੱਕ ਭਾਈ ਜੀ ਨੇ ਕੰਮ ਨਿਬੜਿਆ ਨਹੀਂ, ਮੈਂ ਤਾਂ ਦੁਕਾਨ ਖੋਲ੍ਹਣੀ ਹੈ, ਮੈਂ ਤਾਂ ਕੰਮ ਤੇ ਜਾਣਾ, ਘਰ ਵਾਲੀ ਤਾਂ ਉੱਧਰੋਂ ਟੈਕਸ ਆਈ ਜਾਂਦਾ, ਦੁੱਧ ਲਿਆਈ ਤੇ ਉਹ ਲਿਆਈ। ਸਾਨੂੰ ਅਸੀਂ ਉੱਥੇ ਡੈੱਡ ਬੋਡੀ ਦੇ ਉੱਤੇ ਬੈਠ ਕੇ ਵੀ ਫਾਰਮੈਲਿਟੀ, ਹਾਲਾਂਕਿ ਉਹ ਡੈੱਡ ਬੋਡੀ ਸਾਨੂੰ ਪਤਾ ਸਾਡਾ ਵੀ ਇਹੀ ਹਾਲ ਹੋਣਾ, ਫਿਰ ਵੀ ਅਸੀਂ ਦੁਨੀਆ ਦੇ ਕੰਮਾਂ ਕਾਰਾਂ ਦੇ ਮਗਰ ਜਿਹੜੇ ਨੇ ਉਹ ਇੱਕ ਪਲ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ। ਕਹਿੰਦੇ ਇੱਕ ਵਾਰੀ ਬਾਬਾ ਫਰੀਦ ਜਾ ਰਹੇ ਸੀ, ਉੱਥੇ ਡੈੱਡ ਬੋਡੀ ਪਈ ਸੀਗੀ ਕਿਸੇ ਦੀ, ਉੱਥੇ ਲੋਕ ਇਕੱਠੇ ਹੋਏ ਹੋਏ ਸੀਗੇ। ਜਦੋਂ ਦੇਖਿਆ ਬਾਬਾ ਫਰੀਦ ਜਾ ਰਹੇ ਨੇ, ਉਹਨਾਂ ਨੂੰ ਪਤਾ ਸੀ ਪਹੁੰਚੇ ਮਹਾਨ ਸੰਤ ਨੇ, ਫਕੀਰ ਨੇ, ਤੇ ਉਹਨਾਂ ਨੇ ਬਾਬਾ ਫਰੀਦ ਨੂੰ ਕਿਹਾ, ਜਦੋਂ ਬਾਬਾ ਫਰੀਦ ਰੁਕੇ, ਕਹਿੰਦੇ ਬਾਬਾ ਫਰੀਦ ਜੀ ਸਾਨੂੰ ਕੋਈ ਗਿਆਨ ਦੀ ਗੱਲ ਦੱਸੋ, ਤੁਸੀਂ ਇੰਨੇ ਪਹੁੰਚੇ ਵੀ ਹੋ। ਫਰੀਦ ਸਾਹਿਬ ਚੁੱਪ ਰਹੇ। ਫਿਰ ਹੋਰ ਬੰਦਿਆਂ ਨੇ ਕਿਹਾ, ਕਹਿੰਦੇ ਫਰੀਦ ਸਾਹਿਬ ਤੁਸੀਂ ਬੋਲਦੇ ਕਿਉਂ ਨਹੀਂ, ਇੰਨੇ ਬੰਦੇ ਇਕੱਠੇ ਹੋਏ ਨੇ, ਕੋਈ ਅੱਜ ਸਾਨੂੰ ਗਿਆਨ ਦੀ ਸਤਸੰਗ ਹੀ ਸੁਣਾ ਜਾਓ। ਫਰੀਦ ਸਾਹਿਬ ਫਿਰ ਚੁੱਪ ਰਹੇ। ਤੀਜੀ ਵਾਰ ਫਿਰ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਐਡੀ ਤੁਹਾਡੀ ਮਿੱਠੀ ਬਾਣੀ ਹੈ, ਤੁਹਾਡੇ ਕਿੰਨੇ ਵਾਰੀ ਸਤਸੰਗ ਸੁਣੇ ਨੇ, ਕਿੰਨੇ ਪਿਆਰੇ ਹੁੰਦੇ ਨੇ, ਆਕਰਸ਼ਿਤ ਹੁੰਦੇ, ਮਨ ਨੂੰ ਮੋਹਦੇ ਨੇ, ਆ ਸਾਨੂੰ ਅੱਜ ਇੱਥੇ ਇਕੱਠੇ ਹੋਏ ਹਾਂ ਅਸੀਂ, ਤੇ ਤੁਸੀਂ ਸਾਨੂੰ ਕੋਈ ਗਿਆਨ ਦੀ ਗੱਲ ਸੁਣਾ ਦਿਓ। ਤੇ ਫਿਰ ਫਰੀਦ ਸਾਹਿਬ ਕਹਿੰਦੇ ਦੇਖੋ ਤੁਹਾਡੇ ਮੂਹਰੇ ਡੈੱਡ ਬੋਡੀ ਪਈ ਹੈ, ਲਾਸ਼ ਪਈ ਹੈ, ਇਹ ਲਾਸ਼ ਦੇ ਹੁੰਦੇ ਤੁਹਾਨੂੰ ਇਦੋਂ ਵੱਡਾ ਗਿਆਨ ਹੋਰ ਕਿਹੜਾ ਹੋਊਗਾ, ਮੈਂ ਕਿਹੜਾ ਗਿਆਨ ਦੇ ਸਕਦਾ ਤੁਹਾਨੂੰ, ਡੈੱਡ ਬੋਡੀ ਤੋਂ ਗਿਆਨ ਨਹੀਂ ਮਿਲਿਆ ਕਿ ਸਾਡਾ ਅਸੀਂ ਵੀ ਇੱਥੇ ਜ਼ਮੀਨ ਤੇ ਲੇਟ ਰਹੇ, ਇਦੋਂ ਵੱਡਾ ਗਿਆਨ ਹੋਰ ਕੀ ਹੋ ਸਕਦਾ ਹੈ। ਸੋ ਸਾਨੂੰ ਮੌਤ ਦੇ ਬਾਰੇ ਜਿਹੜਾ ਹੈਗਾ ਨਾ, ਮੌਤ ਦੀ ਇੰਪੋਰਟੈਂਸ ਸਮਝਣ ਦੀ ਲੋੜ ਹੈ। ਸਾਨੂੰ ਕਈ ਵਾਰੀ ਘਰ ਦੇ ਕਹਿੰਦੇ ਇੰਜੈਕਸ਼ਨ ਕਹਿੰਦੇ ਮੈਂ ਤਾਂ ਮਰਨਾ ਹੀ, ਉਹ ਕਹਿੰਦੇ ਹੈ ਇਹ ਨਾ ਕਹੀਂ ਮਾੜੀ ਗੱਲ ਹੈ, ਮਾੜੀ ਗੱਲ ਹੈ, ਕਿਉਂਕਿ ਜਦੋਂ ਅਸੀਂ ਮੌਤ ਕਿੰਨੀ ਪਿੱਟ ਕੀਤੀ ਆਉਣੀ ਤਾਂ ਹੈਗੀ ਹੋਈ ਹੈ, ਫੇਰ ਕੀ ਫਾਇਦਾ ਜਦੋਂ ਆ ਗਈ। ਸੋ ਹਮੇਸ਼ਾ ਮੌਤ ਨੂੰ ਯਾਦ ਰੱਖੋ, ਕਿਉਂਕਿ ਇੱਕ ਵਾਰੀ ਕੋਈ ਫਕੀਰ ਜਾ ਰਿਹਾ ਸੀਗਾ, ਤੇ ਜਦੋਂ ਉਹਦੇ ਨਾਲ ਚੇਲੇ ਜਾ ਰਹੇ ਸੀਗੇ, ਉਹਨੇ ਦੇਖਿਆ ਕਿ ਇੱਕ ਸ਼ਹਿਰ ਦੇ ਵਿੱਚ ਕਿਸੇ ਦੀ ਸ਼ਾਦੀ ਬਰਾਤ ਆਈ ਹੈ, ਤੇ ਮੂਹਰੇ ਨਵਾਬ ਹੈ, ਤੇ ਪਿੱਛੇ ਉਹਦੀ ਲਾੜੀ
ਵਾਈਫ ਆ ਰਹੀ ਹੈ, ਦੁਲਹਨ ਆ ਰਹੀ ਹੈ, ਤੇ ਉਹ ਜਿਹੜੇ ਫਕੀਰ ਸੀ ਉਹ ਵੀ ਉਹਨਾਂ ਦੇ ਚੇਲਿਆਂ ਨਾਲ ਮਗਰ ਜਾ ਰਹੇ ਸੀਗੇ, ਤੇ ਦੇਖਿਆ ਕਿ ਉਹ ਜਿਹੜਾ ਨਵਾਬ ਹੈ ਕਿਸੇ ਦੇ ਘਰ ਇੱਕ ਆਪਣੇ ਘਰ ਦੇ ਅੱਗੇ ਆ ਕੇ ਰੁਕਿਆ, ਕਿਉਂਕਿ ਦੁਲਹਨ ਨੂੰ ਘਰ ਪ੍ਰਵੇਸ਼ ਕਰਾਉਣਾ ਸੀ। ਉਹ ਘਰ ਪ੍ਰਵੇਸ਼ ਕਰਨ ਉਹ ਜਿਹੜੇ ਘਰ ਦੇ ਇਕੱਠੇ ਹੋਏ ਸੀ ਨੇ ਫੁੱਲ ਸਿੱਟੇ, ਤੇ ਪੈਰ ਵੀ ਅੱਗੇ ਜੁੱਤੀ ਦਾ ਜੋ ਕੁਛ ਕਰਦੇ ਨੇ, ਹਾਂਜੀ, ਉਹਦੇ ਬਾਜੇ ਵੱਜ ਰਹੇ ਨੇ, ਡਾਂਸ ਹੋ ਰਹੇ ਨੇ, ਕੁਛ ਕਰ ਰਹੇ ਨੇ। ਤੇ ਇੰਨੇ ਨੂੰ ਉਹ ਦੇਖੋ ਤੇ ਘਰਾਂ ਦੇ ਉਹਦੇ ਵਿੱਚ ਮਹਿਲਾਂ ਦੇ ਵਿੱਚ ਕਿੰਨੀਆਂ ਖੁਸ਼ੀਆਂ, ਝੰਡੀਆਂ ਲੱਗੀਆਂ ਸੀ, ਫੁੱਲ ਲੱਗੇ ਸੀਗੇ, ਹੋਰ ਸਜਾਵਟ ਕੀਤੀ ਸੀਗੀ। ਤੇ ਨਾਲ ਹੀ ਜਦੋਂ ਥੋੜੀ ਦੂਰ ਉਹਨੇ ਪਿੱਠ ਮੋੜ ਕੇ ਦੇਖੀ ਉਹ ਫਕੀਰ ਨੇ, ਤੇ ਉਧਰੋਂ ਅਰਥੀ ਜਾ ਰਹੀ ਸੀ ਡੈੱਡ ਬੋਡੀ, ਤੇ ਉਹ ਅਰਥੀ ਦੇ ਮਗਰ ਹੋ ਗਏ, ਨਾਲ ਹੀ ਉਹਦੇ ਚੇਲੇ ਹੋ ਗਏ। ਥੋੜੀ ਦੂਰ ਜਾ ਕੇ ਅਰਥੀ ਰੱਖਤੀ ਸ਼ਮਸ਼ਾਨ ਘਾਟ ਦੇ ਵਿੱਚ, ਕਬਰਸਤਾਨ 'ਚ ਕਬਰ ਪੁੱਟੀ ਤੇ ਉਹਨੂੰ ਦਫਨਾਤਾ। ਤੇ ਉੱਥੇ ਦੇਖੋ ਇਹ ਹਕੀਕਤ ਹੈ ਕਿ ਸਾਡੇ ਆਪਣੇ ਘਰ ਦੇ ਵਿੱਚ, ਗੁਆਂਢ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ, ਸ਼ਹਿਰ ਦੇ ਵਿੱਚ, ਗਰੁੱਪ ਦੇ ਵਿੱਚ ਇੱਕ ਪਾਸੇ ਖੁਸ਼ੀਆਂ ਅਸੀਂ ਬੈਂਡ ਬਾਜੀ ਨਾਲ ਡਾਂਸ ਕਰਦੇ ਹਾਂ, ਦੂਜੇ ਪਾਸੇ ਗੁਆਂਢ ਦੇ ਵਿੱਚ ਡੈੱਡ ਬੋਡੀ ਪਈ ਹੁੰਦੀ ਹੈ, ਉਹ ਰੋਈ ਜਾਂਦੇ ਨੇ, ਉਹ ਹੱਸੀ ਜਾਂਦੇ ਨੇ। ਇਹੀ ਸਾਡੀ ਹਕੀਕਤ ਹੈ। ਉੱਥੇ ਇਹ ਦੋਨੇ ਚੀਜ਼ਾਂ ਦਾ ਨਜ਼ਾਰਾ ਦੇਖ ਕੇ ਉਸ ਫਕੀਰ ਨੇ ਇੱਕ ਸ਼ਬਦ ਉਚਾਰਿਆ ਸੀਗਾ, ਕਲਾਮ ਉਚਾਰਿਆ ਸੀਗਾ, ਉਹ ਬੜਾ ਕੀਮਤੀ ਹੈ, ਸਮਝਣ ਦੀ ਲੋੜ ਹੈ। ਸਾਡੀ ਹਕੀਕਤ ਵੀ ਇਹੀ ਹੈ। ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਬਣ ਗਿਆ ਰੌਣਕ ਮਹਿਲਾਂ ਦੀ। ਉਹ ਜਿਹੜੀ ਦੁਲਹਨ ਆਈ ਸੀ ਨਾ, ਕਿੰਨੀਆਂ ਉੱਥੇ ਨਾਚ ਟਾਪ ਹੋ ਰਹੇ ਨੇ, ਖਾਣੇ ਹੋ ਰਹੇ ਨੇ ਵੀ ਇਹ ਦੁਲਹਨ ਅੰਦਰ ਜਾਊਗੀ। ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਸਭ ਕੁਝ ਆਪਣਾ ਛੱਡ ਚੱਲਿਆ। ਉਹ ਜਿਹੜਾ ਡੈੱਡ ਬੋਡੀ ਸੀਗੀ, ਲਾਸ਼ ਸੀਗੀ, ਉਹ ਸਾਰਾ ਕੁਝ, ਉਹਦੇ ਜਿੰਨੇ ਜਾਇਦਾਦਾਂ ਸੀ, ਘਰ ਸੀ, ਮਕਾਨ ਸੀ, ਰਿਸ਼ਤੇਦਾਰ ਸੀ, ਪੈਸਾ ਸੀ, ਟਕਾ ਸੀ, ਸਭ ਕੁਝ ਛੱਡ ਕੇ ਖਾਲੀ ਹੱਥ ਨੰਗਾ ਪਿਆ ਉੱਥੇ, ਉਹਦੇ ਉੱਤੇ ਕਫਨ ਪਾਇਆ ਹੋਇਆ। ਉਹ ਫਕੀਰ ਇਹੀ ਕਹਿੰਦਾ, ਕੋਈ ਬਣ ਗਿਆ ਰੌਣਕ ਮਹਿਲਾਂ ਦੀ, ਕੋਈ ਸਭ ਕੁਝ ਆਪਣਾ ਛੱਡ ਚੱਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕਿ ਦੁਨੀਆ 'ਚ ਕਿਉਂ ਆਇਆ, ਖਾ ਲਿਆ ਪੀ ਲਿਆ ਐਸ਼ ਕਰ ਲਈ। ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਕਰਕੇ ਮਕਸਦ ਹੱਲ ਚੱਲਿਆ, ਕਿ ਕਿਹਦੇ ਲਈ ਆਏ ਆ, ਮਿਹਨਤ ਕੀਤੀ, ਉਹਨੇ ਉਹ ਆਪਣਾ ਮਕਸਦ ਜਿਹੜਾ ਸੀਗਾ ਉਹ ਪੂਰਾ ਕਰ ਲਿਆ। ਜਿਵੇਂ ਕਿ ਮਹਾਤਮਾ ਬੁੱਧ ਨੇ ਇੱਕ ਡੈੱਡ ਬੋਡੀ ਦੇਖੀ ਸੀਗੀ, ਤੇ ਉਹਨੇ ਉਸ ਡੈੱਡ ਬੋਡੀ ਤੋਂ ਹੀ ਜੰਗਲਾਂ ਚਲੇ ਗਏ, ਆਪਣੀ ਮਿਹਨਤ ਕੀਤੀ, ਤੇ ਉਹ ਇੱਕ ਦਿਨ ਪੂਰਨ ਸੰਤ ਬਣ ਗਏ। ਤਾਂ ਹੀ ਤਾਂ ਕਹਿੰਦਾ, ਜਿਸਨੇ ਕੀਆ ਯੁੱਧ ਮਨ ਕੇ ਵਿਰੁੱਧ ਵਹੀ ਬਣ ਗਿਆ ਮਹਾਤਮਾ ਬੁੱਧ। ਸਾਨੂੰ ਆਪਣੇ ਮਨ ਨਾਲ ਸੰਘਰਸ਼ ਕਰਨਾ ਪਊਗਾ, ਸਾਨੂੰ ਆਪਣੀ ਹਕੀਕਤ ਸਮਝਣੀ ਪਊਗੀ। ਜਦੋਂ ਅਸੀਂ ਆਪਣੀ ਹਕੀਕਤ ਸਮਝ ਲਈ, ਫਿਰ ਸਾਨੂੰ ਪਤਾ ਲੱਗ ਜੂ ਵੀ ਜਿਹੜੀਆਂ ਰੌਣਕਾਂ ਲੱਗਦੀਆਂ ਨੇ ਇਹਦੀ ਵੀ ਕੋਈ ਵੈਲਿਊ ਨਹੀਂ, ਕਿਉਂਕਿ ਇੱਕ ਦਿਨ ਜਿਹੜੀ ਸਾਡੀ ਜ਼ਿੰਦਗੀ ਦਾ ਮਕਸਦ ਹੈ, ਮਰਨਾ ਹੀ ਮਰਨਾ ਹੈ। ਸੋ ਮਰਨ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ, ਉਹ ਪਰਮ ਸਤ, ਉਹ ਅਲਟੀਮੇਟ ਗੋਲ ਨੂੰ, ਉਹ ਅਲਟੀਮੇਟ ਰਿਐਲਿਟੀ ਨੂੰ, ਉਹ ਸਮੁੰਦਰ ਨੂੰ, ਜਿੱਥੋਂ ਉਹ ਸਾਡੀ ਬੂੰਦ ਆਈ ਹੈ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤੇ ਅਸੀਂ ਕੋਸ਼ਿਸ਼ ਜਦੋਂ ਅਸੀਂ ਕਰਦੇ ਹਾਂ ਆਪਣੇ ਮਕਸਦ ਲਈ, ਉਹ ਮਕਸਦ ਨੂੰ ਅਸੀਂ ਮਿਹਨਤ ਕਰਦੇ ਹਾਂ, ਇੱਕ ਦਿਨ ਅਸੀਂ ਮਕਸਦ ਦੇ ਵਿੱਚ ਕਾਮਯਾਬ ਵੀ ਹੋ ਜਾਂਦੇ ਹਾਂ, ਮਕਸਦ ਨੂੰ ਹੱਲ ਵੀ ਕਰ ਲੈਂਦੇ ਹਾਂ। ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ, ਵਧੀਆ ਕੰਪਨੀ ਰੱਖੀਏ, ਤੇ ਜੇ ਉਹ ਕੰਪਨੀ ਵਧੀਆ ਹੈਗੀ, ਆਪਣੀ ਹਕੀਕਤ ਨੂੰ ਸਮਝੀਏ, ਸਿਰਫ ਗੱਲਾਂ ਬਾਤਾਂ ਨਾਲ ਨਹੀਂ, ਉਹਨੂੰ ਮਿਹਨਤ ਕਰੀਏ। ਜਿੰਨਾ ਚਿਰ ਵੱਧ ਤੋਂ ਵੱਧ ਮਿਹਨਤ ਕਰੀਏ, ਟ੍ਰਾਇਲ ਐਂਡ ਐਰਰ, ਜਿਹੜੀਆਂ ਗਲਤੀਆਂ ਹੋ ਗਈਆਂ ਉਹਦੇ ਲਈ ਪਰਮਾਤਮਾ ਤੋਂ ਮਾਫੀ ਮੰਗੀਏ। ਪਰਮਾਤਮਾ ਇੱਕ ਹੈ, ਉਹ ਕਿਸੇ ਵੀ ਹੀਲੇ ਵਸੀਲੇ ਕੋਈ ਵੀ ਰੰਗ ਰੂਪ 'ਚ ਆ ਸਕਦਾ। ਕੋਈ ਇਹ ਗੱਲ ਕਿਸੇ ਦਾ ਠੇਕਾ ਨਹੀਂ ਲਿਆ ਕਿਸੇ ਧਰਮ ਦਾ ਕਿ ਉਹਨਾਂ ਦਾ ਗੁਰੂ ਹੀ ਹੋ ਸਕਦਾ, ਉਹਨਾਂ ਦਾ ਰੱਬ ਹੀ। ਰੱਬ ਦਾ ਸਾਰਿਆਂ ਦਾ ਹੀ ਹੈ, ਜਿਹਨੇ ਪ੍ਰੇਮ ਕੀਤਾ ਉਹਨੂੰ ਰੱਬ ਮਿਲ ਜਾਂਦਾ। ਚਾਹੇ ਤੁਸੀਂ ਜਟਾਂ ਰੱਖ ਕੇ ਕਰ ਲਓ, ਚਾਹੇ ਜੰਗਲਾਂ 'ਚ ਕਰ ਲਓ, ਚਾਹੇ ਘਰ 'ਚ ਕਰ ਲਓ, ਚਾਹੇ ਪਹਾੜਾਂ 'ਚ ਜਾ ਕੇ ਕਰ ਲਓ, ਚਾਹੇ ਪਾਣੀਆਂ 'ਚ ਜਾ ਕੇ ਕਰ ਲਓ, ਚਾਹੇ ਡੇਰਿਆਂ 'ਚ ਜਾ ਕੇ ਕਰ ਲਓ। ਕਰਨਾ ਤੁਹਾਨੂੰ ਆਪਣੇ ਅੰਦਰੋਂ ਕਰਨਾ, ਮਿਹਨਤ ਕਰਨੀ ਪੈਣੀ ਹੈ। ਤੇ ਜਿਹਨੇ ਵੀ ਮਿਹਨਤ ਕਰ ਲਈ, ਜਿਹਨੇ ਵੀ ਆਪਣਾ ਪਰਦਾ ਖੋਲ ਲਿਆ, ਉਹ ਫਿਰ ਦੁਨੀਆ ਨੂੰ ਨਫ਼ਰਤ ਨਹੀਂ ਕਰਦਾ, ਉਹ ਫਿਰ ਵਹਿਮਾਂ ਭਰਮਾਂ 'ਚ ਨਹੀਂ ਪੈਂਦਾ, ਉਹ ਫਿਰ ਲੋਕ ਦਿਖਾਵਿਆਂ 'ਚ ਨਹੀਂ ਪੈਂਦਾ, ਉਹ ਫਿਰ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਨਹੀਂ ਕਰਦਾ। ਉਹ ਘਰ ਦੇ ਵਿੱਚ ਵੀ, ਗੁਆਂਢ ਦੇ ਵਿੱਚ ਵੀ, ਦੁਨੀਆ ਦੀ ਹਰ ਖਲਕਤ ਨੂੰ ਪਿਆਰ ਕਰਦਾ ਹੈ। ਤੇ ਜਿਹੜਾ ਬੰਦਾ ਖਲਕਤ ਨੂੰ ਪਿਆਰ ਕਰਦਾ, ਉਹ ਹਮੇਸ਼ਾ ਜ਼ਿੰਦਗੀ 'ਚ ਕਾਮਯਾਬ ਹੋ ਜਾਂਦਾ ਹੈ। ਸੋ ਇਸ ਕਰਕੇ ਹੁਣ ਤੁਸੀਂ ਲਾਸਟ ਮੇਰਾ ਗੀਤ ਸੁਣ ਲਓ, ਤੇ ਆਪਾਂ ਫਿਰ ਨੈਕਸਟ ਵੀਕ ਡਾਕਟਰ ਅੰਕੁਸ਼ ਨੂੰ ਫਿਰ ਰਿਕੁਐਸਟ ਕਰਾਂਗੇ, ਉਹ ਆਉਣਗੇ। ਤੁਸੀਂ ਵੀ ਸਵਾਲ ਪੁੱਛ ਲਿਆ ਕਰੋ। ਮੇਰਾ ਥੋੜਾ ਜਿਹਾ ਗਲਾ ਖਰਾਬ ਹੈ, ਕਿਉਂਕਿ ਮੈਂ ਰੇਡੀਓ 'ਤੇ ਹੀ ਦੱਸਿਆ ਕਿ ਕੋਵਿਡ ਦੀ ਸ਼ਿਕਾਇਤ ਸੀ ਥੋੜੀ ਜੀ, ਉਹ ਕਵਰ ਤਾਂ ਹੋਗੀ, ਪਰ ਗਲਾ ਖਰਾਬ ਹੈ ਤੇ ਥੋੜਾ ਜਿਹਾ ਜ਼ੁਕਾਮ ਵੀ ਹੋ ਰਿਹਾ, ਇਸ ਕਰਕੇ ਲੈ ਨਹੀਂ ਬਣ ਸਕੀ। ਸੋ ਮੈਨੂੰ ਇਸ ਤਰ੍ਹਾਂ ਤੁਸੀਂ ਟੋਲਰੇਟ ਕਰ ਲਿਆ। ਥੈਂਕ ਯੂ ਵੈਰੀ ਮਚ। ਲਾਸਟ ਗਾਣਾ ਸੁਣੋ। ਨੈਕਸਟ ਵੀਕ ਡਾਕਟਰ ਅੰਕੁਸ਼ ਵੀ ਆਉਣਗੇ, ਤੇ ਆਪਾਂ ਕਿਸੇ ਹੋਰ ਟੌਪਿਕ ਤੇ 15-20 ਮਿੰਟ, ਅੱਧਾ ਘੰਟਾ ਗੱਲ ਕਰ ਲਾਂਗੇ। ਤੁਸੀਂ ਵੀ ਜਦੋਂ ਮਰਜ਼ੀ ਮੈਨੂੰ ਫੋਨ ਤੇ ਗੱਲ ਕਰ ਸਕਦੇ ਹੋ। ਸੁਣੋ ਗਾਣਾ।